ਸ੍ਰੀ ਵਾਹਿਗੁਰੂ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਨਰਾਤ ਤਨੇਹ रूप रंग अर रेख पेख को कह न सकत केह। अचल मूरत अनभव प्रकाश अमितोज कहजै। कोट इंद्र इंद्राण साहान गणजै। महीप सुर नर असुर नेत नेत बान दृण कहत। तरब नाम कर कर्म नाम बरत सुमत। तब सर्ब नाम कर कवन कर्म नाम बरनत मत। हंडं खलदल खंडं अतरण मणरबंडं भुज दंड अखंडं तेज प्रचंडं ज्योत अमंडं भान प्रभं। सुख संता करणं दुर्मत दरणं किलबिक हरणं अस शरणं। जय जय जग कारण सृष्ट उभारण मम प्रतपारण। जय ते गं जय ते गं जय ते गं मम प्रतपारण। जय ते गं जय ते गं जय ते। जिते शस्त्रं नकार तामं जिते अस्त्र भेयं नमस्कार तेयं। नमो श्री भगवती बड़ैली सरोही। करे एक ते द्वै सुपटा हाथ सोही। जीड़ा अगन बराबर तपै भीतर वगै काती। प्रणवत नानक हुक्म पछाण सुख होवै दिन राती। हम अवगुण भरे एक अमृत छाड़ बिख बिख खाई। माया मोह परम पै भूले सुत दारा स्यों प्रीत। एक उत्तम पंथ सुन्यो गुर संगत ते मिलंत जाम त्रस मिड़ाई। एक अरदास पाठ कीरत की गुर रामदास राखो। सुकहो टल गुर से अहनस सहज सुपाए। दर्शन परस गुरु का
मरण दुख जाए। होवै सिफत खसम अरसों कुरसों डठे सच्चे पातशाह बाल जन्म जन्म दे कटिया। सज्जन सच्चा पातशाह सिर साहांद साहो। जिस पास बैठिया सीए सबना दा विसाहो। सतनाम श्री वाहिगुरु साहिब जी। श्लोक महला तीजा। हरि सिर ज्यों अंकस है अहरन सिर दे। मान तन आगे रागै पूरी सेवा करे। हसती सिर ज्यों अंकस है अहरन ज्यों दे। मान तन आगे राख कै उबी सेवा करे। यों गुरमुख आप निवारिया सब राज सृष्ट का ले। नानक मुख बुझिया जा आपे नदर करे। महला तीजा। जिन गुरमुख नाम त्याया आए ते परवान। नानक कुल उदार है अपना दरगह पावह मान। पौड़ी गुरमुख सखिया सिख गुरु मिलाइया। एक सेवक गुर पास एक गुर कार लाइया। जिन्ना गुर प्यारा मन चित तिन्ना पाओ गुरु देवाइया।
ਗੁਆ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਭਾਈਆ, ਗੁਰ ਸਤਿਗੁਰ ਬੋਲਹੁ ਸਭ ਆਖ, ਗੁਰੂ ਜੀਵਾਈਆ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਭਾਈਆ, ਗੁਰ ਸਤਿਗੁਰ ਬੋਲਹੁ ਸਭ, ਗੁਰ ਆਖ, ਗੁਰੂ ਜੀਵਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਾਹਿਬ ਨੌਵੇਂ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਖਾਲਸਾ ਦੀਵਾਨ ਦੁਸਹਿਰੇ ਦਾ ਜੋੜ ਮੇਲ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਅੱਜ ਦੇ ਦਿਨ ਨੂੰ ਖਾਲਸਾ ਸ਼ਸਤਰ ਪੂਜਣ ਦਿਵਸ ਦੇ ਨਾਂ ਨਾਲ ਵੀ ਮਨਾਉਂਦਾ ਹੈ। ਸਾਹਿਬੇ ਕਮਾਲ ਗੁਰੂ ਕਲਗੀਧਰ ਲਈ ਚਟਿਆ ਬਾਜਾ ਗੁਰੂ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਨੇ। ਨਵਰਾਤਰਿਆਂ ਦੇ ਦਿਨ ਆਏ ਹਨ। ਸਿੰਘਾਂ ਨੂੰ ਹੁਕਮ ਕੀਤੇ ਜਾਣੇ ਉਹ ਸਾਰੇ ਸ਼ਸਤਰ ਬਾਹਰ ਕੱਢ ਕੇ ਉਹਨਾਂ ਦੀ ਸੇਵਾ, ਕਿਉਂਕਿ ਬਰਸਾਤਾਂ ਦਾ ਮੌਸਮ ਸਾਵਣ ਭਾਦਰੋਂ ਦਾ ਲੰਘ ਕੇ ਜਾਂਦਾ ਹੈ। ਤੋ ਇਸ ਤਰ੍ਹਾਂ ਲੋਹੇ ਦੇ ਹੋਣ ਕਰਕੇ ਉਹਨਾਂ ਨੂੰ ਕਈ ਵਾਰੀ ਉੱਲੀ ਲੱਗ ਜਾਂਦੀ ਹੈ, ਜੜ ਜਾਂਦੀ ਹੈ ਬਰਸਾਤਾਂ ਦੇ ਦਿਨਾਂ 'ਚ। ਜ਼ਰੂਰੀ ਸੀ ਸ਼ਸਤਰਾਂ ਦੀ ਸੇਵਾ ਹੋਵੇ, ਸ਼ਸਤਰ ਮਾਂਜੇ ਜਾਣ, ਸੋਧੇ ਜਾਣ। ਬੜੇ ਬੜੇ ਕੀਮਤੀ ਸ਼ਸਤਰ ਮਹਾਰਾਜ ਜੀ ਦੇ ਖਜ਼ਾਨੇ ਵਿੱਚ ਹਨ। ਉਹਨਾਂ ਦਿਨਾਂ ਵਿੱਚ ਸ਼ਿਗਰ ਸ਼ਸਤਰਾਂ ਦੀ ਸੇਵਾ ਕਰਦੇ ਸੀ। ਉਹਦਾ ਨਾਮ ਸੀ ਭਾਈ ਰਾਮ ਸਿੰਘ। ਉਹ ਆਪਣੇ ਨਾਲ ਦੇ ਸਾਥੀਆਂ ਸਮੇਤ ਆਇਆ ਤੇ ਸਤਿਗੁਰਾਂ ਦੇ ਸ਼ਸਤਰਾਂ ਦੀ ਸੇਵਾ ਕਰਨ ਲੱਗਾ। ਖਜ਼ਾਨੇ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਸਤਰ ਨੇ। ਆਮ ਕਰਕੇ ਨਵਰਾਤਰਿਆਂ ਦੇ ਦਿਨਾਂ 'ਚ ਬਹੁਤ ਸਾਰੇ ਵੀਰ ਦੇਵੀ ਦੀ ਪੂਜਾ ਕਰਦੇ ਹੈ, ਪਰ ਖਾਲਸੇ ਵਾਸਤੇ ਭਗਉਤੀ ਦੇਵੀ ਹੈ, ਪ੍ਰਮਾਤਮਾ ਦੀ ਸ਼ਕਤੀ। ਸ਼੍ਰੀ ਸਾਹਿਬ, ਤਲਵਾਰਾਂ, ਇਹ ਸ਼ਸਤਰ ਜਿਹੜੇ ਨੇ ਅਕਾਲ ਪੁਰਖ ਦੀ ਸ਼ਕਤੀ। ਖਾਲਸਾ ਇਹਨਾਂ ਦੀ ਪੂਜਾ ਕਰਦਾ। ਨਿਰੰਕਾਰ ਦੀ ਸ਼ਕਤੀ ਮਹਾਰਾਜ ਜੀ ਨੇ ਖੰਡਾ ਕਹਿ ਕੇ ਆਰਾਧਿਆ। ਜਦੋਂ ਮਹਾਰਾਜ ਚੰਡੀ ਦੀ ਵਾਰ ਦੀ ਰਚਨਾ ਕਰਦੇ ਆ, ਪਾਤਸ਼ਾਹ ਕਹਿੰਦੇ ਆ, ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿਰਜੇ ਦਾਨੋ ਦੇਵਤੇ ਤਨੇ ਅੰਦਰ ਬਾਦ ਰਚਾਇਆ। ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਖੰਡਾ ਪੈਦਾ ਕੀਤਾ ਤੇ ਖੰਡੇ ਤੋਂ ਅੱਗੇ ਸਾਰੀਆਂ ਸ਼ਕਤੀਆਂ ਪੈਦਾ ਕੀਤੀਆਂ। ਬ੍ਰਹਮਾ ਵਿਸ਼ਨੂੰ ਮਹੇਸ਼। ਇਹ ਕਲਗੀਧਰ ਪੰਥ ਦੇ ਵਾਲੀ ਦੇ ਅੰਮ੍ਰਿਤ ਬਚਨ ਨੇ ਚੰਡੀ ਦੀ ਵਾਰ ਦੇ। ਪਰਮਾ ਸ਼ਕਤੀ ਹੈ ਭਗਉਤੀ ਸ਼੍ਰੀ ਸਾਹਿਬ। ਤਦੇ ਮਹਾਰਾਜ ਜੀ ਜਦੋਂ ਚੰਡੀ ਦੀ ਪਤਾ ਕਰਦੇ ਆ ਤਾਂ ਕਹਿੰਦੇ ਆ, ਸ੍ਰੀ ਭਗਉਤੀ ਜੀ ਸਹਾਏ, ਪ੍ਰਥਮ ਭਗਉਤੀ ਸਿਮਰਤ ਹੈ। ਇਹ ਸ਼ਕਤੀ ਹੈ ਅਕਾਲ ਪੁਰਖ ਦੀ।
ਸ੍ਰੀ ਭਗਉਤੀ ਬੜੈਲੀ ਸਰੋਹੀ ਕਰੇ ਏਕ ਤੇ ਦਵੈ ਸੁਪਟਾ ਹਾਥ ਸੋਹੀ। ਫਿਰ ਮਹਾਰਾਜ ਜੀ ਕਹਿੰਦੇ ਖਗ ਖੰਡ ਬਿਹੰਡੰ ਖਲਦਲ ਖੰਡੰ ਗਤਰ ਬਰ ਬੰਡੰ ਪਿਗਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਬਿਕ ਹਰਣੰ ਅਸਰਣੰ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰ। ਤੇਗ ਨੂੰ ਨਾ ਕਹਿੰਦੇ ਹੇ ਤੇਗ ਤੇਰੀ ਜੈ ਹੋਵੇ, ਤੂੰ ਮੇਰੀ ਪਾਲਣਾ ਕਰਨ ਵਾਲੀ। ਜੀ ਨੇ ਹੁਕਮ ਕੀਤਾ ਸਾਰੇ ਸ਼ਸਤਰ ਖਜ਼ਾਨੇ ਚੋਂ ਕੱਢੋ ਤੇ ਸੇਵਾ ਕਰੋ। ਰਾਮ ਸਿੰਘ ਸ਼ਿਗਲੀਗਰ ਆਪਣੇ ਨਾਲ ਦੇ ਸਮੇਤ ਸ਼ਸਤਰਾਂ ਦੀ ਸੇਵਾ ਕਰਨ ਲੱਗਾ। ਸਾਰਿਆਂ ਨੂੰ ਗਦੀ ਕਰ ਹੱਥ ਵਿੱਚ ਇੱਕ ਗੱਦੀ ਬਣਾਈ ਹੁੰਦੀ ਹੈ ਚਮੜੇ ਨੂੰਮਾ, ਉਹਦੇ ਨਾਲ ਬੜੇ ਜ਼ੋਰ ਦੇ ਨਾਲ, ਅੱਜ ਕੱਲ੍ਹ ਤਾਂ ਬਲੇਡ ਆ ਗਏ ਨੇ ਤੇ ਉਹ ਜਿਹੜੇ ਕਾਰੀਗਰ ਮਸ਼ੀਨ ਬਿਜਲੀ ਦੇ ਨਾਲ ਹੀ ਉਹਦੇ ਤੇ ਪਹਿਲਾਂ ਹੱਥਾਂ ਨਾਲ ਗੱਦੀ ਕਰਦੇ ਸੀ। ਤੇ ਜਦੋਂ ਹੱਥਾਂ ਨਾਲ ਗੱਦੀ ਕਰਨਾ ਹੁੰਦਾ ਤੇ ਜਿਹੜਾ ਤਲਵਾਰ ਦਾ ਮੁੱਠਾ ਹੁੰਦਾ ਉਹਨੂੰ ਪੈਰ ਵਿੱਚ ਮਜ਼ਬੂਤੀ ਨਾਲ ਫੜਦੇ ਸੀ। ਕਲਗੀਧਰ ਜੀ ਨੇ ਵੇਖਿਆ, ਕਹਿੰਦੇ ਉਹ ਸ਼ਸਤਰਾਂ ਦੀ ਬੇਅਦਬੀ ਕਰਦੇ ਹੋ, ਸ਼ਸਤਰਾਂ ਨੂੰ ਪੈਰ ਲਾਉਂਦੇ ਹੋ, ਸਤਿਕਾਰ ਨਾਲ ਸੇਵਾ ਕਰੋ। ਕਿ ਸਾਧੂ ਜੀ ਚਲੇ ਗਏ, ਪਿੱਛੋਂ ਰਾਮ ਸਿੰਘ ਹੋਣਾ ਨੇ ਕੀ ਕੀਤਾ, ਇਸ ਤਰ੍ਹਾਂ ਦੀ ਸ਼ਸਤਰਾਂ ਦੀਆਂ ਪੰਡਾਂ ਬੰਨ੍ਹ ਕੇ ਤੇ ਸਿਰ ਤੇ ਰੱਖ ਲਏ। ਕਲਗੀਧਰ ਜੀ ਵਾਪਸ ਆਏ, ਵੇਖ ਕੇ ਕਹਿੰਦੇ ਕਾਰ ਤਾਂ ਏਦਾਂ ਹੀ ਹੋਣਾ ਜਿਵੇਂ ਹੁਣ ਅਸੀਂ ਕਰ ਰਹੇ ਹਾਂ, ਸੀਸ ਤੇ ਰੱਖ ਕੇ। ਜੇ ਸੇਵਾ ਉਦਾਂ ਹੀ ਹੋਣੀ ਸੀ ਜਿਵੇਂ ਅਸੀਂ ਪਹਿਲਾਂ ਕਰਦੇ ਸੀ। ਸਾਡੀ ਮਜਬੂਰੀ ਹੈ, ਪਾ ਕੇ ਸਾਨੂੰ ਤਲਵਾਰ ਮਾਂਜਣੀ ਪੈਣੀ ਹੈ, ਉਦਾਂ ਗੱਦੀ। ਮਹਾਰਾਜ ਜੀ ਹੱਸ ਕੇ ਕਹਿੰਦੇ ਚਲੋ ਤੁਹਾਨੂੰ ਮਾਫ ਹੈ, ਸੇਵਾ ਕਰਦਿਆਂ ਇਦਾਂ ਕਰ ਸਕਦੇ। ਤੋ ਨਵਰਾਤਰਿਆਂ ਦੇ ਦਿਨਾਂ ਵਿੱਚ ਸਾਰੇ ਸ਼ਸਤਰਾਂ ਦੀ ਸੇਵਾ ਹੋਣੀ। ਜਦੋਂ ਸਾਰੇ ਸ਼ਸਤਰ ਸਾਫ਼ ਹੋ ਜਾਣੇ ਸੀ, ਅੱਜ ਦੇ ਦਿਨ ਦੁਸਹਿਰੇ ਵਾਲੇ ਦਿਨ ਮਹਾਰਾਜ ਜੀ ਨੇ ਚੰਦੋਆ ਤਣ ਵੱਡਾ ਥੱਲੇ ਵੱਡਾ ਪਲੰਘਾ ਰੱਖ ਕੇ ਫਿਰ ਉਹਦੇ ਤੇ ਸ਼ਸਤਰ ਸਜਾਣੇ ਸਾਰੇ, ਤਲਵਾਰਾਂ, ਟਾਲਾਂ, ਕਮਾਨਾਂ, ਬੰਦੂਕਾਂ, ਤਮੰਚੇ, ਨੇਜੇ, ਬਰਛੇ, ਵੱਡਾ ਸ਼ਸਤਰਾਂ ਦਾ ਸਜਾ ਕੇ ਆਪ ਥੱਲੇ ਦੂਜੇ ਆਸਣ ਤੇ ਬਹਿਣਾ, ਪਲੰਘਾ ਸ਼ਸਤਰਾਂ ਦਾ ਵੱਖ, ਤੇ ਫਿਰ ਸ਼ਸਤਰਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਨੀ, ਚਰਚਣ ਕਰਨਾ ਤੇ ਨਾਲੇ ਸ਼ਸਤਰਾਂ ਦੀ ਪੂਜਾ ਕਰਨੀ ਤੇ ਕਹਿਣਾ ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ। ਇਹ ਜਿੰਨੇ ਸ਼ਸਤਰ ਨੇ ਇਹਨਾਂ ਨੂੰ ਮੇਰੀ ਨਮਸਕਾਰ ਹੈ। ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇਅੰਗ। ਸ਼ਸਤਰ ਹੁੰਦੇ ਹੱਥ 'ਚ ਫੜ ਕੇ ਚਲਾਉਣ ਵਾਲੇ, ਅਸਤਰ ਹੁੰਦੇ ਆ ਜਿਹੜੇ ਦੂਰੋਂ ਬੰਦੂਕ, ਇਹ ਅਸਤਰ ਹੈ। ਤੀਰ ਇਹ ਅਸਤਰ ਹੈ, ਦੂਰ ਜਾ ਕੇ ਮਾਰ ਕਰਦਾ, ਉਹਨਾਂ ਨੂੰ ਅਸਤਰ ਕਹਿੰਦੇ ਆ। ਜਿਤੇ ਅਸਤਰ ਭੇਅੰਗ ਨਮਸਕਾਰ ਤੇ ਅੰਗ। ਜਿੰਨੇ ਅਸਤਰ ਨੇ ਮੇਰੀ ਉਹਨਾਂ ਨੂੰ ਵੀ ਨਮਸਕਾਰ ਹੈ। ਜੰਗੋ ਇਹਨਾਂ ਸਾਰਿਆਂ ਨੂੰ ਮੇਰੀ ਪ੍ਰਣਾਮ ਹੈ। ਤੁਹੀਂ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀਂ ਜਗਬੀਰ। ਏਦਾਂ ਮਹਾਰਾਜ ਸੱਚੇ ਪਾਤਸ਼ਾਹਾਂ ਦੀ ਪੂਜਾ ਕਰਦੇ। ਨਾਲੇ ਬਾਣੀ ਮਹਾਰਾਜ ਜੀ ਨੇ ਰਚੀ ਹੈ, ਕਲਗੀਧਰ ਨੇ। ਉਸ ਬਾਣੀ ਦਾ ਨਾਮ ਹੈ ਸ਼ਸਤਰ ਨਾਮ ਮਾਲਾ। ਸ਼ਸਤਰਾਂ ਦੀ ਉਪਮਾ ਕਰਦਿਆਂ ਮਹਾਰਾਜ ਜੀ ਨੇ ਸ਼੍ਰੀ ਸਾਹਿਬ ਦੀ ਉਪਮਾ ਕਰਦਿਆਂ ਬ੍ਰਹਮ ਕਵਚ ਉਚਾਰਿਆ। ਬਹੁਤ ਸਾਰੇ ਸਿੰਘ ਬ੍ਰਹਮ ਕਵਚ ਦੀ ਬਾਣੀ ਦਾ ਪਾਠ ਕਰਦੇ ਆ। ਉਹ ਸ਼੍ਰੀ ਸਾਹਿਬ ਦੇ ਨਾਂ ਨੇ, 32 ਨਾਂ ਸ਼੍ਰੀ ਸਾਹਿਬ ਦੇ ਲਏ ਆ ਮਹਾਰਾਜ ਜੀ ਨੇ। ਖੰਡਾ, ਉਹ ਸਾਰੇ ਸ਼ਸਤਰਾਂ ਦੇ ਨਾਮ ਅੱਜ ਕਲਗੀਧਰ ਪਾਤਸ਼ਾਹ ਨੇ ਵਰਣਨ ਕੀਤੇ ਹੈ। ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ, ਆਪਣੇ ਪੰਥ ਨੂੰ ਸ਼ਸਤਰਧਾਰੀ ਬਣਾਇਆ। ਸ਼ਸਤਰ ਤੇ ਸ਼ਾਸਤਰ ਇਹ ਦੋਵੇਂ ਮਹਾਰਾਜ ਜੀ ਨੇ ਪੰਥ ਨੂੰ ਬਖਸ਼ੇ ਨੇ। ਤੋ ਸ਼ਸਤਰਾਂ ਦੀ ਪੂਜਾ ਅੱਜ ਦਾ ਦਿਨ ਦੁਸਹਿਰੇ ਵਾਲੇ ਦਿਨ ਸੰਤ ਮਨਾਉਂਦਾ। ਨੇਕੀ ਦੀ ਬਦੀ ਦੇ ਉੱਤੇ ਜਿੱਤ ਦਾ ਦਿਨ ਵੀ ਕਹਿ ਕੇ ਇਹਨੂੰ ਮਨਾਇਆ ਜਾਂਦਾ ਹੈ। ਬਦੀ ਦੇ ਉੱਤੇ ਨੇਕੀ ਦੀ ਜਿੱਤ। ਤੋ ਸ਼ਸਤਰਾਂ ਦੀ ਪੂਜਾ ਖਾਲਸਾ ਅੱਜ ਦੇ ਦਿਨ ਪਾਤਸ਼ਾਹ ਜੀ ਦੀ ਬਾਣੀ ਦੇ ਜਾਪ ਸਿੰਘ ਕਰਦੇ ਹੈ। ਤੋ ਦੁਸਹਿਰੇ ਦੇ ਨਾਲ ਜੋੜ ਮੇਲਿਆਂ ਦੀ ਸ਼ਸਤਰ ਪੂਜਣ ਦਿਵਸ ਦੇ ਉੱਤੇ ਸਾਰੀਆਂ ਸੰਗਤਾਂ ਨੇ
ਔਰ ਨਾਲ ਬੇਨਤੀ ਸ਼ਸਤਰਧਾਰੀ ਹੋਈਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਸਤਰਧਾਰੀ ਬਣਾਇਆ ਹੈ। ਸ਼ਸਤਰਾਂ ਵਿਹੂਣਾ ਬੰਦਾ, ਗੁਰਦੇਵ ਸ਼ਾਹ ਕਹਿੰਦੇ ਆ, ਬਿਨਾ ਸ਼ਸਤਰ ਬਾਂਦੰ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੈ ਲੈ ਸਿਧਾਨ। ਸ਼ਸਤਰ ਤੋਂ ਬਿਨਾ ਭੇਡ ਦੇ ਸਮਾਨ ਹੈ ਬੰਦਾ। ਭੇਡ ਦਾ ਕੰਨ ਫੜ ਕੇ ਜਿੱਧਰ ਮਰਜੀ ਕੋਈ ਲੈ ਜਾਏ, ਹੁਣ ਇਹਨੂੰ ਜਿਹੜਾ ਮਰਜੀ ਆ ਕੇ ਧਰ ਦੱਬੇ। ਇਹ ਸ਼ਸਤਰ ਜਰਵਾਣੇ ਦੀ ਭਖਿਆ, ਗਊ ਗਰੀਬ ਦੀ ਰੱਖਿਆ ਲਈ ਹੈ, ਆਪਣੇ ਆਪ ਨੂੰ ਬਚਾਉਣ ਵਾਸਤੇ ਹੈ, ਕਿਸੇ ਤੇ ਜ਼ੁਲਮ ਕਰਨ ਵਾਸਤੇ ਨਹੀਂ ਹੈ। ਖਾਲਸੇ ਦੀ ਜਿਹੜੀ ਤੇਗ ਹੈ ਇਹ ਜ਼ੁਲਮ ਦੇ ਖਿਲਾਫ ਉੱਠਦੀ ਹੈ, ਕਿਸੇ ਤੇ ਜ਼ੁਲਮ ਕਰਦੀ ਨਹੀਂ। ਜਿਹੜੀ ਇਹ ਤਲਵਾਰ ਹੈ ਖਾਲਸੇ ਨੂੰ ਮਹਾਰਾਜ ਜੀ ਨੇ ਦਿੱਤੀ, ਇਹ ਕਿਰਪਾ ਹੈ, ਪਾਨ ਹੈ, ਇਹਦੇ ਵਿੱਚ ਵੀ ਕਿਰਪਾ ਹੈ। ਇਹ ਕਿਰਪਾ ਵਾਸਤੇ ਉੱਠਦੀ। ਭਾਰਤ ਦੇ ਮਜ਼ਲੂਮ ਲੋਕਾਂ ਨੂੰ ਵੇਖਿਆ, ਕਦੇ ਅਬਦਾਲੀ ਲੁੱਟਦਾ, ਕਦੇ ਨਾਦਰ ਲੁੱਟਦਾ, ਪਹਿਲਾਂ ਮੋਰੇ ਤੋਂ ਪਹਿਲਾਂ ਪਠਾਨ ਲੁੱਟਦੇ ਰਹੇ। ਜੋ ਮੁਹੰਮਦ ਬਿਨ ਕਾਸਮ ਤੋਂ ਲੈ ਕੇ ਸ਼ੁਰੂਆਤ ਹੋਈ ਲੁੱਟਦੇ ਨੂੰ, ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਤੇ ਭਾਰਤ ਖੰਡ ਦੇ ਲੋਕਾਂ ਤੇ ਕੀ ਲੋੜ ਹੈ, ਤਾਂ ਸਤਿਗੁਰਾਂ ਨੇ ਕਿਰਪਾਨ ਪਾਣ ਧਾਰਿਯੰ ਕਰੋੜ ਪਾਪ ਟਾਰਿੰਗ ਦਾ ਨਾਰਾ ਬੁਲੰਦ ਕੀਤਾ ਕਿ ਜਦੋਂ ਕਿਰਪਾਨ ਹੱਥ ਵਿੱਚ ਫੜੀਏ ਤੇ ਕਰੋੜਾਂ ਪਾਪਾਂ ਨੂੰ ਟਾਲ ਕੇ ਕਿਰਪਾਨ ਦੂਰ ਕਰ ਦਿੰਦੀ ਹੈ, ਪਾਪੀਆਂ ਨੂੰ ਨਿਵਾਰ ਦਿੰਦੀ ਹੈ, ਪਾਪੀਆਂ ਦਾ ਨਾਸ਼ ਕਰ ਦਿੰਦੀ ਹੈ। ਸ਼ਸਤਰੀ ਹੋਣਾ ਚਾਹੀਏ ਸਮੁੱਚੇ ਖਾਲਸੇ ਨੂੰ। ਹਰ ਸਿੰਘ ਦੇ ਘਰ ਵਿੱਚ ਸ਼੍ਰੀ ਸਿੰਘਾਂ ਚਾਹੀਦੀਆਂ ਹਨ, ਮਹਾਰਾਜ ਜੀ ਦੇ ਸ਼ਸਤਰ ਹੋਣੇ ਚਾਹੀਦੇ ਹਨ। ਔਰ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹ ਵੀ ਸਾਨੂੰ ਇਜਾਜ਼ਤ ਦਿੰਦਾ, ਜਦੋਂ ਸੰਵਿਧਾਨ ਬਣਾਇਆ ਗਿਆ, ਜਿਹੜੇ ਨੇ ਖਾਲਸਾ ਜੋ ਹੈ ਇਹ ਸ਼ਸਤਰਧਾਰੀ ਹੋ ਕੇ ਪੂਰੇ ਸੰਸਾਰ ਦੇ ਵਿੱਚ ਭਾਰਤ ਖੰਡ ਵਿੱਚ ਵਿਚਰ ਸਕਦਾ ਹੈ, ਕਿਉਂਕਿ ਮਹਾਰਾਜ ਜੀ ਨੇ ਖਾਲਸਾ ਬਣਾਇਆ ਹੀ ਸ਼ਸਤਰਧਾਰੀ ਹੈ। ਤੋ ਸ਼ਸਤਰ ਤੋਂ ਭੇਡਾਂ ਦੇ ਸਮਾਨ ਜ਼ਿੰਦਗੀ ਹੈ ਭਾਈ। ਸ਼ਸਤਰਧਾਰੀ ਬੱਚਿਆਂ ਨੂੰ ਸ਼ਸਤਰ ਵਿਦਿਆ ਸਿਖਾਈਏ। ਗੱਤਕਿਆਂ ਦੇ ਅਖਾੜੇ ਲੱਗਦੇ ਆ ਬਹੁਤ ਥਾਵਾਂ ਦੇ ਉੱਤੇ, ਆਪਣੇ ਬੱਚਿਆਂ ਨੂੰ ਖੇਡ ਦੇ ਨਾਲ, ਗੱਤਕੇ ਦੇ ਨਾਲ, ਤਾਂ ਜੋ ਸ਼ਸਤਰਾਂ ਨਾਲ ਜੁੜਦਿਆਂ ਸਤਿਗੁਰਾਂ ਦੀ ਬਾਣੀ ਪੜ੍ਹਨ ਵਾਸਤੇ ਵੀ ਉਹਨਾਂ ਨੂੰ ਉਤਸ਼ਾਹ ਪ੍ਰਾਪਤ ਹੋਵੇ। ਤੋ ਇਹ ਮਰਿਆਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਨੇ ਪੰਥ ਦੇ ਵਿੱਚ ਚਲਾਈ ਹੈ। ਅੱਜ ਦਿਨ ਹੈ ਸ਼ਸਤਰਾਂ ਦੇ ਪੂਜਣ ਦਾ ਦਿਨ ਹੈ, ਕਿਉਂਕਿ ਇਹ ਸਾਡੇ ਪੀਰ ਹਨ। ਯਹੀ ਹਮਾਰੇ ਪੀਰ, ਇਹ ਸਾਡੇ ਪੀਰ ਨੇ ਜਿਹੜੇ ਸ਼ਸਤਰ ਨੇ। ਲੋਕ ਹੋਰ ਪੀਰਾਂ ਨੂੰ ਜਾ ਕੇ ਮੰਨਦੇ ਆ, ਕਬਰਾਂ ਨੂੰ ਜਾ ਕੇ ਮੱਥੇ ਟੇਕਦੇ, ਜੀ ਫਲਾਣਾ ਪੀਰ ਹੈ, ਅਮਕਾ ਪੀਰ, ਇਹ ਅੰਬ ਵਾਲਾ ਪੀਰ ਹੈ ਤੇ ਪਿੱਪਲ ਵਾਲਾ ਪੀਰ ਹੈ। ਖਾਲਸੇ ਦੇ ਪੀਰ ਤਾਂ ਭਾਈ ਇਹ ਤਲਵਾਰ, ਖਾਲਸੇ ਦੇ ਪੀਰ ਇਹ ਹਥਿਆਰ ਨੇ, ਖਾਲਸੇ ਦੇ ਪੀਰ ਨੇਜੇ, ਬਰਛੇ, ਢਾਲਾਂ, ਕਟਾਰਾਂ, ਇਹ ਖਾਲਸੇ ਦੇ ਪੀਰ ਨੇ। ਕਲਗੀਧਰ ਪਾਤਸ਼ਾਹ ਨੇ ਕਹੇ ਸਾਡੇ ਪੀਰ ਹਨ। ਇੱਕ ਚੌਰ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਝੁੱਲਦਾ, ਦੂਜਾ ਚੌਰ ਸਾਹਿਬ ਸ਼ਸਤਰਾਂ ਦੇ ਉੱਤੇ ਵੀ ਝੁੱਲਦਾ ਸੀ। ਏਦਾਂ ਪੀਰ ਜਾਣ ਕੇ ਖਾਲਸੇ ਨੇ ਸ਼ਸਤਰਾਂ ਦੀ ਪੂਜਾ ਕੀਤੀ ਹੈ, ਕਰਦੇ। ਗੁਰੂ ਸਾਹਿਬ ਕਰਨ ਸਾਡੀਆਂ ਹਾਜ਼ਰੀਆਂ ਆਪਣੇ ਚਰਨਾਂ ਚ ਲਾਵਣ। ਅੰਮ੍ਰਿਤ ਵੇਲੇ ਸਾਹਿਬ ਜੀ ਨੇ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋਰਠ ਦੀ ਵਾਰ ਚੋਂ ਅੱਜ ਦੇ ਪਾਵਨ ਅੰਮ੍ਰਿਤ ਬਚਨ ਪ੍ਰਾਪਤ ਹੋਏ ਨੇ। ਚੌਥੇ ਪਾਤਸ਼ਾਹ ਜੀ ਨੇ ਪੌੜੀ ਉਚਾਰੀ ਹੈ ਔਰ ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਉਚਾਰ ਰਹੇ ਨੇ। ਸੇਵਾ ਪ੍ਰਕਾਰ ਦੱਸ ਰਹੇ ਨੇ ਮੇਰੇ ਸਾਹਿਬ ਤੀਸਰੇ ਗੁਰੂ ਸੇਵਾ ਕਿਵੇਂ ਕਰੀ ਦੀ ਹੈ ਗੁਰਮੁਖ। ਇਹ ਜੁਗਤ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੱਸਦੇ ਨੇ। ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ੋਕ ਮਹੱਲਾ ਤੀਜਾ। ਅਸਤੇ ਸਿਰ ਜਿਉ ਅੰਕਸ ਹੈ,
ਅਹਰਨ ਜਿਉ ਸਿਰ ਦੇ। ਸ਼ਲੋਕ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਉਚਾਰਨ ਕਰ। ਕਿਵੇਂ ਕਰਨੀ ਆ ਸੇਵਾ ਭਾਈ? ਕਹਿੰਦੇ ਆ ਜਿਵੇਂ ਹਾਥੀ ਕਿੰਨਾ ਬਲਵਾਨ ਹੁੰਦਾ। ਜਾਨਵਰਾਂ ਦੇ ਵਿੱਚ ਸਭ ਤੋਂ ਵੱਡੇ ਆਕਾਰ ਦਾ ਹਾਥੀ, ਬਲ ਵੀ ਉਹਦੇ 'ਚ ਸਾਰੇ ਜਾਨਵਰਾਂ ਤੋਂ ਵੱਧ ਹੈ। ਇੰਨਾ ਬਲ ਕਿ ਜੇ ਸ਼ੇਰ ਨੂੰ ਆਪਣੀ ਸੁੰਡ 'ਚ ਲੈ ਲਵੇ ਤੇ ਉਹਨੂੰ ਵੀ ਘੁੱਟ ਕੇ ਮਾਰ ਦਿੰਦਾ, ਛੱਡਦਾ ਨਹੀਂ। ਆ ਦਲੇਰੀ ਵਿੱਚ ਭਾਵੇਂ ਬੱਬਰ ਸ਼ੇਰ ਬਲੀ ਹੈ, ਰਾਜਾ ਤਾਂ ਉਹਨੂੰ ਹੀ ਕਹਿੰਦੇ ਆ ਜੰਗਲ ਦਾ, ਪਰ ਸਰੀਰਕ ਤੌਰ ਤੇ ਬਲਵਾਨ ਵੇਖੀਏ ਤਾਂ ਹਾਥੀ ਬਲੀ ਹੈ। ਇੰਨਾ ਬਲੀ ਹਾਥੀ ਮਹਾਵਤ ਦੇ ਸਾਹਮਣੇ ਆਪਣਾ ਸਿਰ ਭੇਟ ਕਰਕੇ ਕੁੰਡੇ ਥੱਲੇ, ਭਾਲੇ ਥੱਲੇ ਆਪਣਾ ਆਪ ਸਮਰਪਣ ਕਰਕੇ ਸਾਰੀ ਜ਼ਿੰਦਗੀ ਲਈ ਉਹਦੇ ਕੁੰਡੇ ਦੇ ਅਧੀਨ ਹੋ ਕੇ ਚੱਲਣਾ ਸ਼ੁਰੂ ਕਰ ਦਿੰਦਾ। ਸਿਰ ਦੇ ਉੱਤੇ ਰੱਖਿਆ, ਅੱਜ ਕੱਲ ਤਾਂ ਕੁੰਡਾ ਵੀ ਨਹੀਂ ਹੁੰਦਾ ਲੋਹੇ ਦਾ, ਤੁਸੀਂ ਹਾਥੀ ਫਿਰਦੇ, ਮੁਹਾਵਤਾਂ ਕੋਲ ਨਿੱਕੀ ਜੀ ਸੋਟੀ ਹੁੰਦੀ ਹੈ, ਉਹਦੇ ਨਾਲ ਹੀ ਉਹਦੇ ਸਿਰ ਦੇ ਉੱਤੇ ਉਹ ਦੱਬਦੇ ਆ, ਇਸ਼ਾਰਾ ਕਰਕੇ ਸੱਜੇ ਖੱਬੇ ਮੋੜਦੇ ਆ, ਉਹਦੇ ਨਾਲ ਹੀ ਉਹ ਚੱਲੀ ਜਾਂਦਾ। ਪਹਿਲਾਂ ਲੋਹੇ ਦਾ ਭਾਲਾ ਹੁੰਦਾ ਸੀ, ਉਹ ਜ਼ੋਰ ਨਾਲ ਮਾਰਦੇ ਸੀ ਸਿਰ ਤੇ ਹਾਥੀ, ਉਹਨੂੰ ਕਹਿੰਦੇ ਆ ਕੁੰਡਾ, ਅੰਕੁਸ਼। ਕਹਿੰਦੇ ਜਿਵੇਂ ਹਾਥੀ ਨੇ ਆਪਣਾ ਸਿਰ ਅੰਕੁਸ਼ ਦੇ ਸਾਹਮਣੇ ਭੇਟ ਕੀਤਾ ਹੋਇਆ, ਬਲੀ ਹੈ ਪਰ ਉਹਨੇ ਸਮਰਪਣ ਕਰ ਦਿੱਤਾ ਆਪਣਾ ਆਪ। ਦੂਜੀ ਉਦਾਹਰਣ ਦਿੰਦੇ ਨੇ ਲੋਹੇ ਦੀ ਐਰਣ, ਲੋਹਾਰ ਦੀ ਭੱਠੀ ਦੇ ਉੱਤੇ ਇੱਕ ਲੋਹੇ ਦਾ ਟੁਕੜਾ ਉਹਨੇ ਵੱਡਾ ਸਾਰਾ ਦੱਬਿਆ ਹੁੰਦਾ ਜ਼ਮੀਨ 'ਚ, ਉਹਦੇ ਉੱਤੇ ਹਥੌੜਿਆਂ ਦੇ ਨਾਲ ਉਹ ਬਹੁਤ ਲੋਹਾ ਕੁੱਟਦਾ ਹੈ, ਹਜ਼ਾਰਾਂ ਨਹੀਂ ਲੱਖਾਂ ਹਥੌੜੇ ਉਹਦੇ ਤੇ ਪੈਂਦੇ ਹੈ, ਪਰ ਉਹ ਜਿਹੜੀ ਐਰਣ ਹੈ ਆਪਣੀ ਜਗ੍ਹਾ ਤੋਂ ਟੱਸ ਤੋਂ ਮਸ ਨਹੀਂ ਹੁੰਦੀ, ਉਹਨੇ ਆਪਣਾ ਸਿਰ ਉਹਦੇ ਥੱਲੇ ਦਿੱਤਾ ਹੋਇਆ, ਉੱਥੋਂ ਹਿਲ ਜੁਲ ਨਹੀਂ ਕਰਦੀ। ਇਸੇ ਤਰ੍ਹਾਂ ਜਿਹੜਾ ਸੇਵਕ ਕਰਨ ਵਾਲਾ ਸੇਵਕ ਹੈ, ਸੇਵਾ ਕਰਨ ਵਾਲਾ ਸੇਵਕ ਦੇ ਅੰਦਰ ਇਹ ਬਿਰਤੀ ਹੁੰਦੀ ਹੈ ਕਿ ਉਹ ਗੁਰੂ ਸਾਹਿਬ ਦੀ ਸੇਵਾ ਕਰਨ ਤੋਂ ਪਹਿਲਾਂ ਆਪਣਾ ਆਪ ਆਪਣੇ ਗੁਰੂ ਦੇ ਚਰਨਾਂ 'ਚ ਸਮਰਪਣ ਕਰ ਦਿੰਦਾ। ਮਹਾਰਾਜ ਮੈਂ ਤੇਰਾ, ਤੇਰੀ ਸੇਵਾ ਤੇਰੇ ਕਰਕੇ ਹੋਣੀ ਹੈ, ਮੇਰੇ ਕਰਕੇ ਨਹੀਂ ਹੋਣੀ। ਭੁਲੇਖਾ ਪਾਲੀ ਬੈਠਾ ਬੰਦਾ ਵੀ ਮੈਂ ਕਰਦਾ ਤਾਂ ਹੁੰਦੀ ਹੈ, ਮੈਂ ਕਰ ਰਿਹਾ ਤਾਂ ਹੋ ਰਹੀ ਹੈ। ਤੇਰੀ ਸੇਵਾ ਤੇਰੇ ਕਰਕੇ ਹੀ ਹੈ ਮਹਾਰਾਜ, ਕਿਸੇ ਮਨੁੱਖ ਦੇ ਕੀਤਿਆਂ ਨਹੀਂ ਕੁਝ ਹੋਣਾ। ਵੱਡਾ ਦਰਬਾਰ ਬਣਾ ਕੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਕੇ ਪੰਚਮ ਪਾਤਸ਼ਾਹ ਕਹਿੰਦੇ ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਜਿਹਦਾ ਸੀ ਉਹਨੇ ਕਰ ਲਿਆ, ਮੈਂ ਕੀ ਸੀ ਕਿ ਮੈਂ ਮਹਾਰਾਜ ਜੀ ਦੇ ਦਰਬਾਰ ਦੀ ਸੇਵਾ ਕਰਾ ਸਕਦਾ, ਸਰੋਵਰ ਦੀ ਸੇਵਾ ਕਰਾ ਸਕਦਾ। ਕਾਰਜ ਗੁਰੂ ਦਾ ਸੀ, ਗੁਰੂ ਨੇ ਆਪ ਕਰਾ ਲਿਆ। ਪੁਤਲੀ ਦੀ ਕੀ ਤਾਕਤ ਹੈ? ਉਹਨੂੰ ਜਿਵੇਂ ਕੋਈ ਪੁਤਲੀ ਨਚਾਉਣ ਵਾਲਾ ਨਚਾਉਂਦਾ, ਉੱਤੇ ਵੀ ਨੱਚਦੀ ਹੈ, ਬਿਠਾਉਂਦਾ, ਬਹਿੰਦੀ ਹੈ, ਉੱਠ ਖੜਾ ਕਰਦਾ, ਤੋ ਉਹ ਤਾਂ ਉਹਦੇ ਵੱਸ ਹੈ ਨਾ। ਸੇਵਾਦਾਰ ਸੇਵਕ ਸੇਵਾ ਕਰਦੇ ਆਪਣੇ ਹਿਰਦੇ 'ਚ ਇਹ ਭਾਵਨਾ ਰੱਖਦਾ ਕਿ ਮੈਂ ਆਪਣਾ ਆਪ ਗੁਰੂ ਅੱਗੇ ਸਮਰਪਣ ਕੀਤਾ ਹੈ। ਗੁਰੂ ਸਾਹਿਬ ਦੀ ਸੇਵਾ ਸਤਿਗੁਰੂ ਜੀ ਆਪ ਲੈ ਰਹੇ ਨੇ, ਆਪ ਕਰਾ ਰਹੇ ਨੇ, ਮੇਰੇ ਵੱਸ ਕੁਝ ਨਹੀਂ। ਜਿਹੜਾ ਗਰੂਰ ਕਰੇ ਮੈਂ ਕਰਦਾ, ਮੇਰੇ ਬਿਨਾਂ ਕਿਹਨੇ ਕਰਨਾ ਸੀ ਜੀ ਇਹ ਕੰਮ ਗੁਰੂ ਘਰ ਵਿੱਚ, ਇਹ ਭੁਲੇਖਾ ਹੈ ਲੋਕਾਂ ਦੇ ਦਿਲਾਂ 'ਚ। ਟਟੀਰੀ ਨੇ ਅਸਮਾਨ ਨੂੰ ਲੱਤਾਂ ਕੀਤੀਆਂ ਹੁੰਦੀਆਂ ਨੇ ਸੌਣ ਵੇਲੇ, ਕਿਸੇ ਪੁੱਛਿਆ ਵੀ ਤੂੰ ਇਹ ਕਿਉਂ ਕਰਦੀ ਹੈ? ਟਟੀਰੀ ਦੀਆਂ ਲੱਤਾਂ ਵੇਖੀਆਂ ਕਦੇ? ਸੁੱਕੜੀਆਂ ਜੀਆਂ। ਉਹਨੂੰ ਪੁੱਛਿਆ ਵੀ ਇਹ ਤੂੰ ਅਸਮਾਨ ਨੂੰ ਕੀਤੀਆਂ ਹੋਈਆਂ ਕੀ ਗੱਲ ਹੈ? ਕਹਿੰਦੀ ਮੇਰੀਆਂ ਲੱਤਾਂ ਤੇ ਅਸਮਾਨ ਟਿਕਿਆ, ਜੇ ਮੈਂ ਲੱਤਾਂ ਥੱਲੇ ਕਰ ਲਈਆਂ ਅਸਮਾਨ ਡਿੱਗ ਪੈਣਾ। ਉਹ ਇਦਾਂ ਦਾ ਭੁਲੇਖਾ ਬਹੁਤ ਸਾਰਿਆਂ ਨੇ ਪਾਲਿਆ ਹੁੰਦਾ ਆਪਣੇ ਹਿਰਦਿਆਂ ਵਿੱਚ ਕਿ ਅਸੀਂ ਕਰਦੇ ਹਾਂ ਇਹ ਸੇਵਾ ਤਾਂ ਹੁੰਦੀ ਹੈ, ਨਹੀਂ ਤਾਂ ਕਿੱਥੇ ਕੌਣ ਆਏਗਾ ਜੀ, ਇੱਥੇ ਕੌਣ ਕਰੇਗਾ ਜੀ ਸੇਵਾ।
ਗੁਰੂ ਨਾਨਕ ਸਾਹਿਬ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ। ਇੱਥੇ ਕੋਈ ਕਮੀ ਨਹੀਂ। ਇੱਥੇ ਤਾਂ ਮੇਰੇ ਸਾਹਿਬ ਜੀ ਦੇ ਚਰਨਾਂ ਵਿੱਚ ਬੇਅੰਤ ਗੁਰੂ ਨਾਨਕ ਦੇ ਸਿੱਖ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕਰਕੇ ਸੇਵਾ ਵਿੱਚ ਲੱਗੇ ਨੇ ਤੇ ਕਰ ਰਹੇ ਨੇ। ਅਸੀਂ ਸੇਵਾ ਕਿਸੇ ਤੇ ਅਹਿਸਾਨ ਕਰਨ ਵਾਸਤੇ ਨਹੀਂ ਕਰਨੀ, ਕਿਸੇ ਨੂੰ ਜਿਤਾਉਣ ਲਈ ਨਹੀਂ ਕਰਨੀ। ਅਸੀਂ ਸੇਵਾ ਕਰਨੀ ਆ ਆਪਣੇ ਕਲਿਆਣ ਲਈ, ਆਪਣੇ ਭਲੇ ਲਈ। ਮੈਂ ਜੇ ਸੇਵਾ ਕਰਦਾ ਤੇ ਮੇਰਾ ਕਿਸੇ ਤੇ ਕੀ ਸਹਾਨ ਹੈ ਬਈ? ਜੇ ਮੈਂ ਜੋੜੇ ਝਾੜ ਲੈਣਾ, ਜੇ ਮੈਂ ਝਾੜੂ ਫੇਰਨ ਦੀ ਸੇਵਾ ਕਰ ਲੈਣਾ, ਜਾਂ ਹੋਰ ਕਿੰਨੀਆਂ ਸੇਵਾਵਾਂ ਮੈਂ ਕਰ ਲੈਣਾ, ਤੇ ਇਹਦੇ ਵਿੱਚ ਕਿਸੇ ਤੇ ਕੀ ਸਹਾਨ ਹੈ? ਜਿੰਨੀਆਂ ਵੀ ਸੇਵਾਵਾਂ ਨੇ, ਅਸੀਂ ਜੋ ਵੀ ਸੇਵਾ ਕਰਦੇ ਹਾਂ, ਕਿਸੇ ਦੇ ਸਹਾਨ ਕੀ ਹੈ? ਨਾ ਗੁਰੂ ਤੇ ਨਾ ਕਿਸੇ ਤੇ। ਉਹ ਸੇਵਾ ਦਾ ਫਲ ਤਾਂ ਸਾਨੂੰ ਸਾਹਿਬ ਨੇ ਦੇਣਾ ਨਾ। ਅਸੀਂ ਆਪਣੇ ਭਲੇ ਲਈ ਕਰਨੀ ਕਿ ਕਿਸੇ ਦੇ ਅਹਿਸਾਨ ਕਰਨ ਲਈ ਕਰਨੀ? ਇੱਦਾਂ ਹੀ ਕਈ ਵੀਰ ਉੱਦਾਂ ਹੀ ਲੜੀ ਜਾਂਦੇ ਆ ਮੁੱਦਾ ਬਣਾ ਕੇ, ਇਹ ਅਸੀਂ ਕਰਦੇ ਹਾਂ ਜੀ ਇੰਨੇ ਸਾਲ ਤੋਂ, ਇਹ ਸਾਡੇ ਬਿਨਾਂ ਕਿਉਂ ਕੋਈ ਦੂਜਾ ਕਰੇ? ਇਹ ਤਾਂ ਅਸੀਂ ਕਰਦੇ ਹਾਂ। ਉਦੋਂ ਵੀ ਅਸੀਂ ਕਰਦੇ ਸੀ ਜਦੋਂ ਲੋਕਡਾਊਨ ਲੱਗ ਗਿਆ ਸੀ ਜੀ, ਉਦੋਂ ਨਹੀਂ ਸੀ ਕੋਈ ਆਉਂਦਾ। ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਜੇ ਉਦੋਂ ਵੀ ਕੀਤੀ ਹੈ ਜਾਂ ਹੁਣ ਵੀ ਕਰਦੇ ਹੋ, ਤੁਹਾਡਾ ਭਲਾ ਸਤਿਗੁਰਾਂ ਨੇ ਕਰਨਾ। ਤੁਸੀਂ ਬੰਦਿਆਂ ਤੇ ਕਿਉਂ ਆਸ ਰੱਖਦੇ ਹੋ? ਉਹਨਾਂ ਨੂੰ ਕਿਉਂ ਜਿਤਾਉਂਦੇ ਫਿਰਦੇ ਹੋ? ਮੈਂ ਕੀਤੀ ਹੈ, ਮੈਂ ਕਰਦਾ। ਸੇਵਾ ਕਰਨ ਵਾਲਾ ਤਾਂ ਭਾਈ ਜਿਹੜਾ ਆਪਣਾ ਆਪ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਣ ਕਰ ਦਿੰਦਾ ਹੈ, ਉਹ ਜਿਤਾਉਂਦਾ ਨਹੀਂ। ਸੇਵਾ ਤਾਂ ਆਪਣੀ ਖੁਦੀ ਨੂੰ ਮਿਟਾਉਣ ਵਾਲਾ। ਉਹ ਮਿਟਾ ਦੇ ਆਪਣੀ ਖੁਦੀ ਕੋ ਜੇ ਮਰਤਬਾ ਚਾਹਤਾ ਹੈ। ਜੇ ਤੂੰ ਚਾਹੁੰਦਾ ਹੈ ਕਿ ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਕੋਈ ਵੱਡਾ ਰੁਤਬਾ ਤੈਨੂੰ ਪ੍ਰਾਪਤ ਹੋਵੇ, ਗੁਰੂ ਦੀ ਦ੍ਰਿਸ਼ਟੀ ਵਿੱਚ ਤੂੰ ਆ ਜਾਏ, ਤਾਂ ਪਹਿਲਾਂ ਆਪਣੀ ਖੁਦੀ ਨੂੰ, ਆਪਣੇ ਆਪੇ ਨੂੰ ਮਿਟਾ ਕੇ ਖਤਮ ਕਰ ਦੇ। ਭਾਈ ਗੁਰਦਾਸ ਜੀ ਕਹਿੰਦੇ, ਦਾਣਾ ਹੋਏ ਖਸਖਸ ਦਾ, ਹੋਏ ਧੂੜੀ ਵਿੱਚ ਧੂੜੀ ਤੱਸੈ। ਖਸਖਾਸ ਦਾ ਦਾਣਾ ਕਿੰਨਾ ਨਿੱਕਾ ਜਿਹਾ ਹੁੰਦਾ, ਡਿੱਗ ਜੇ ਮਿੱਟੀ ਵਿੱਚ ਤੇ ਲੱਭਦਾ ਨਹੀਂ ਹੈ ਮਿੱਟੀ 'ਚ ਪਿਆ। ਮਿੱਟੀ ਵਿੱਚ ਪਿਆ ਫਿਰ ਧੱਸਦਾ ਤਲਿਆ ਜਾਂਦਾ ਥੱਲੇ ਮਿੱਟੀ ਵਿੱਚ, ਉਹਦੀ ਹਸਤੀ ਮਿਟ ਜਾਂਦੀ ਹੈ, ਉਹਦਾ ਵਜੂਦ ਖਤਮ ਹੋ ਜਾਂਦਾ। ਸਮਾਂ ਆਉਂਦਾ, ਉਸੇ ਖਸਖਸ ਦੇ ਦਾਣੇ 'ਚ ਇੱਕ ਪੌਦਾ ਪੈਦਾ ਹੁੰਦਾ ਹੈ, ਔਰ ਉਸ ਪੌਦੇ ਦੇ ਉੱਤੇ ਬੜੇ ਸੁੰਦਰ ਪੋਸ ਦੇ ਫੁੱਲ ਖਿੜਦੇ ਆ। ਨਾ ਸਮਝਾਂ ਨੇ ਉਹਦੇ ਨਾਲ ਵੀ ਅੱਗੇ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਕਿਸੇ ਅਫੀਮ ਬਣਾਈ, ਕਿਸੇ ਕੁਝ ਬਣਾਇਆ, ਪਰ ਉਹ ਫੁੱਲ ਬੜਾ ਸੁੰਦਰ ਹੁੰਦਾ। ਉਹਨੇ ਆਪਣੀ ਹਸਤੀ ਮਿਟਾਈ, ਆਪਣਾ ਵਜੂਦ ਮਿਟਾਇਆ ਤੇ ਫੁੱਲ ਬਣ ਕੇ ਖਿੜ ਗਿਆ। ਭਾਈ ਗੁਰਦਾਸ ਜੀ ਕਹਿੰਦੇ, ਏਦਾਂ ਆਪਣੀ ਹਸਤੀ ਮਿਟਾ ਗੁਰੂ ਚਰਨਾਂ ਵਿੱਚ ਸੇਵਾ ਕਰਦਿਆਂ ਕਰਦਿਆਂ। ਫਿਰ ਇੱਕ ਉਦਾਹਰਣ ਦਿੰਦੇ, ਹੋਏ ਵਡੇਵਾਂ ਜੱਗ ਵਿੱਚ। ਵਡੇਵੇਂ ਦਾ ਬੀਜ ਹੁੰਦਾ ਨਾ, ਤੇ ਜ਼ਿਮੀਂਦਾਰ ਨੇ ਜਦੋਂ ਬੀਜਣਾ ਹੁੰਦਾ, ਬੀਜ ਪਹਿਲਾਂ ਜ਼ਮੀਨ ਵਾਹੁੰਦਾ ਚੰਗੀ ਤਰ੍ਹਾਂ, ਵਾਹ ਵਾਹ ਕੇ ਜ਼ਮੀਨ ਨੂੰ ਸ਼ੱਕਰ ਬਣਾ ਲੈਂਦਾ। ਫਿਰ ਬੀਜ ਬੀਜਣ ਤੋਂ ਪਹਿਲਾਂ ਵਡੇਵੇਂ ਦਾ ਦਾਣਾ ਕੁਝ ਸਖਤ ਹੁੰਦਾ, ਉਹ ਰਾਤ ਦੇ ਸਮੇਂ ਬੋਰੀਆਂ ਗਿੱਲੀਆਂ ਕਰਕੇ ਤੇ ਉਹ ਬੀਜ ਨੂੰ ਉਹਦੇ ਵਿੱਚ ਰੱਖ ਦਿੰਦਾ, ਤੇ ਥੋੜਾ ਜਿਹਾ ਨਰਮ ਹੋ ਜਾਂਦਾ ਬੀਜ, ਵੀ ਛੇਤੀ ਉੱਗ ਜਾਏ। ਫਿਰ ਉਹ ਬੀਜਦਾ ਚੋਪੇ ਲਾ ਕੇ। ਜਦੋਂ ਬੀਜਦਾ ਵਡੇਵੇਂ ਨੂੰ, 5-4 ਦਿਨਾਂ ਬਾਅਦ, ਹਫ਼ਤੇ ਦੇ ਵਿੱਚ ਉਹਦੇ 'ਚ 2 ਕੁ ਪੱਤੇ ਨਿਕਲਦੇ ਆ। ਵੱਡਾ ਹੁੰਦਾ, ਘਾਹ ਡੀਲਾ ਉੱਗਿਆ ਆਲੇ ਦੁਆਲੇ, ਗੁਡਾਈ ਕੀਤੀ ਜ਼ਿਮੀਂਦਾਰ ਨੇ, ਉਹ ਘਾਹ ਡੀਲਾ ਕੱਢ ਸੁੱਟਿਆ, ਪਾਣੀ ਲਾਇਆ, ਸਿੰਚਾਈ ਕੀਤੀ, ਕਪਾਹ ਦਾ ਬੂਟਾ ਬਣਿਆ। ਨਿੱਕੀਆਂ ਨਿੱਕੀਆਂ ਡੋਡੀਆਂ ਲੱਗੀਆਂ, ਫੁੱਲ ਲੱਗੇ, ਚਿੱਟੇ ਰੰਗ ਦੀ ਰੂੰ ਵਿੱਚੋਂ ਨਿਕਲਣ ਲੱਗ ਪਈ। ਸਾਰੇ ਖੇਤ ਵਿੱਚ ਜਾਂ ਜਾਪਦਾ ਜਿਵੇਂ ਚਿੱਟੇ ਰੰਗ ਦੀ ਚਾਦਰ ਵਿਛੀ ਹੋਵੇ। ਜਦੋਂ ਉਸ ਨੂੰ ਡੋਡੀ ਨੂੰ ਫਰੋਲ ਕੇ ਵੇਖਦਾ ਤੇ ਉਹਦੀ ਰੂੰ ਜਿਹੜੀ ਹੁੰਦੀ, ਉਹਦੀ ਗੋਦ ਵਿੱਚ ਫਿਰ ਵਡੇਵੇਂ ਦਾ ਬੀਜ ਹੁੰਦਾ ਵਿੱਚ। ਰੂੰ ਪੁੱਟਦਾ, ਚੁਗਦਾ, ਫਿਰ ਉਹਨੂੰ ਜਾ ਕੇ ਵੇਲਣੇ 'ਚ ਪਿੰਜਦਾ, ਤੂੰਬਾ ਤੂੰਬਾ ਕਰਕੇ ਰੂੰ ਦੇ ਵਿੱਚੋਂ ਵਡੇਵੇਂ ਵੱਖਰੇ ਤੇ ਰੂੰ ਵੱਖਰੀ ਕੱਢਦਾ। ਵਡੇਵਿਆਂ ਦੀ ਉਧਰ ਵੱਖਰੀ ਚੀਜ਼ ਬਣ ਜਾਂਦੀ, ਕੋਈ ਤੇਲ ਕੱਢਦਾ, ਖਲ ਬਣਾਉਂਦਾ, ਪਸ਼ੂਆਂ ਨੂੰ ਪਾਉਂਦਾ। ਰੂੰ ਜਿਹੜੀ ਆ ਪਿੰਜੇ ਕੋਲ ਜਾਂਦੀ ਆ ਪਿੰਜਣ ਵਾਸਤੇ, ਤੇ ਪਿੰਜਾ ਉਸ ਰੂੰ ਨੂੰ ਪਿੰਜਦਾ। ਪਿੰਜ ਕੇ ਜਦੋਂ ਬਰੀਕ ਹੋ ਜਾਂਦੀ ਹੈ ਤੇ ਫਿਰ ਮਾਈਆਂ ਉਹ ਰੂੰ ਦੀਆਂ
ਪੂਣੀਆਂ ਬਣਾ ਕੇ ਤੇ ਫਿਰ ਚਰਖੇ ਢਾਹ ਕੇ ਉਹਨੂੰ ਕੱਤਦੀਆਂ, ਉਹਦਾ ਧਾਗਾ ਬਣ ਕੇ ਤਿਆਰ ਹੁੰਦਾ। ਧਾਗਾ ਬਣ ਕੇ ਤਿਆਰ ਹੋ ਕੇ ਜੁਲਾਏ ਦੀ ਖੱਡੀ ਤੇ ਪਹੁੰਚਦਾ ਤੇ ਜੁਲਾਇਆ ਉਹਦਾ ਕੱਪੜਾ ਤਿਆਰ ਕਰਦਾ। ਕੱਪੜਾ ਤਿਆਰ ਹੋਇਆ ਤੇ ਲਲਾਰੀ ਕੋਲ ਪਹੁੰਚਿਆ। ਲਲਾਰੀ ਨੇ ਉਹਨੂੰ ਰੰਗ ਲਾ ਕੇ ਰੰਗਿਆ, ਚੰਗੀ ਤਰ੍ਹਾਂ ਖੁੰਬ ਚਾੜ ਕੇ ਪੱਕਾ ਰੰਗ। ਜ਼ਿਮੀਂਦਾਰ ਨੇ ਉਹ ਕੱਪੜਾ ਖਰੀਦਿਆ ਤੇ ਉਹਦਾ ਕਿਸੇ ਦਰਜੀ ਕੋਲ ਜਾ ਕੇ ਮਾਪਾ ਦੇ ਕੇ ਕੁੜਤਾ ਬਣਾਇਆ ਤੇ ਸੋਹਣਾ ਕੁੜਤਾ ਪਾ ਕੇ ਮੇਲਾ ਵੇਖਣ ਗਿਆ ਤੇ ਉਹ ਕੁੜਤਾ ਹੰਡਾਇਆ। ਜਦੋਂ ਪੁਰਾਣਾ ਜਿਹਾ ਹੋ ਗਿਆ ਤੇ ਲਾਹ ਕੇ ਉਹ ਕੁੜਤਾ ਜ਼ਿਮੀਂਦਾਰ ਨੇ ਜਾਂ ਕਿਸੇ ਵੀ ਵੀਰ ਨੇ ਕੁੜਤਾ ਪਾਇਆ, ਉਹ ਲਾਹ ਕੇ ਜਦੋਂ ਪੁਰਾਣਾ ਹੋਇਆ ਸੁੱਟ ਦਿੱਤਾ ਤੇ ਕਿਸੇ ਗਰੀਬੜੇ ਦੇ ਹੱਥ ਆਇਆ। ਗਰੀਬੜੇ ਨੇ ਵੇਖਿਆ ਕੱਪੜਾ ਹੈ, ਜਿੱਥੋਂ ਕਿਤੋਂ ਮਾੜਾ ਮੋਟਾ ਕੋਈ ਪਾਟਾ ਉਧੜਿਆ ਉਹਨੇ ਸੀਤਿਆ, ਉਹਨੇ ਵੀ ਚੰਗੀ ਤਰ੍ਹਾਂ ਢਾਇਆ ਤੇ ਉਹਦੇ ਕੰਮ ਦਾ ਨਾਂ ਰਿਹਾ। ਉਹਨੇ ਵੀ ਲਾਇਆ ਤੇ ਬਰੀਕ ਬਰੀਕ ਉਹਦੀਆਂ ਬੱਤੀਆਂ ਵੱਟੀਆਂ ਗਈਆਂ ਤੇ ਬੱਤੀਆਂ ਵੱਟ ਕੇ ਦੀਵੇ ਵਿੱਚ ਪਾ ਕੇ ਉਹਨੂੰ ਬਾਲਿਆ ਗਿਆ। ਉਹ ਬੱਤੀ ਬਣ ਕੇ ਜਦੋਂ ਸੜਿਆ, ਸੜ ਕੇ ਉਹਦੀ ਕਾਲਖ ਜਿਹੜੀ ਸੀ ਉੱਤੇ ਜੰਮੀ। ਉਹ ਕਾਲਖ ਸਿਆਣਿਆਂ ਨੇ ਲਾ ਕੇ ਉਹਦੇ 'ਚ ਬਦਾਮਾਂ ਦੇ ਸੱਕ ਤੇ ਹੋਰ ਬਹੁਤ ਕੁਝ ਪਾ ਕੇ, ਬਦਾਮਾਂ ਦੇ ਛਿਲਕੇ ਪਾ ਕੇ ਉਹਦੀ ਸਿਆਹੀ ਬਣਾਈ ਤੇ ਉਹ ਸਿਆਹੀ ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਦੇ ਹੱਥ 'ਚ ਆਈ। ਉਹਨਾਂ ਉਸੇ ਸਿਆਹੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਲਿਖੀ। ਉਹ ਸਿਆਹੀ ਵੇਦ ਵਿਆਸ ਦੇ ਹੱਥ ਵਿੱਚ ਆਈ, ਉਹਨੇ ਵੇਦ ਲਿਖੇ। ਉਹ ਸਿਆਹੀ ਕਿਸੇ ਮੌਲਵੀ ਦੇ ਹੱਥ ਵਿੱਚ ਲੱਗੀ ਤੇ ਉਹਨੇ ਕੁਰਾਨ ਲਿਖੀ। ਤੇ ਉਹ ਸਿਆਹੀ ਜਦੋਂ ਲਿਖੀ ਗਈ, ਉਹਦੀ ਗੁਰਬਾਣੀ ਲਿਖੀ ਗਈ, ਕੁਰਾਨ ਲਿਖੀ ਗਈ, ਧਰਮ ਗ੍ਰੰਥ ਲਿਖੇ ਗਏ, ਵੇਦ ਲਿਖੇ ਗਏ ਤੇ ਉਹ ਸਾਰੇ ਸੰਸਾਰ ਲਈ ਪੂਜਨੀਕ ਹੋ ਗਏ। ਪਰ ਹਸਤੀ ਕਹਿੰਦੇ ਵਡੇਵੇਂ ਨੇ ਆਪਣੀ ਹਸਤੀ ਮਿਟਾਈ ਤੇ ਪੌਦਾ ਬਣਿਆ, ਪੌਦੇ ਦੀ ਹਸਤੀ ਮਿਟੀ ਤੇ ਰੂਹ ਬਣੀ, ਰੂਹ ਨੇ ਹਸਤੀ ਮਿਟਾਈ ਤੇ ਧਾਗਾ ਬਣਿਆ, ਧਾਗੇ ਨੇ ਆਪਣੀ ਹਸਤੀ ਮਿਟਾਈ ਤੇ ਕੱਪੜਾ ਬਣਿਆ, ਕੱਪੜੇ ਨੇ ਆਪਣੀ ਹਸਤੀ ਮਿਟਾਈ ਤੇ ਉਹ ਬੱਤੀ ਦਾ ਰੂਪ ਧਾਰਨ ਕਰਕੇ ਸਿਆਹੀ ਬਣ ਗਿਆ। ਸਿਆਹੀ ਨੇ, ਕਾਲਖ ਨੇ ਆਪਣੀ ਹਸਤੀ ਮਿਟਾ ਕੇ ਜਦੋਂ ਸਤਕਾਰ ਪ੍ਰਾਪਤ ਕੀਤਾ, ਸੰਸਾਰ 'ਚੋਂ ਪੂਜਨੀਕ ਹੋ ਗਈ। ਜਿਹੜੇ ਆਪਣੀ ਹਸਤੀ ਤੇ ਆਪਣਾ ਵਜੂਦ ਮਿਟਾ ਦਿੰਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਆ ਉਹਨਾਂ ਨੂੰ ਸੰਸਾਰ ਦੇ ਵਿੱਚ ਸਨਮਾਨ ਤੇ ਸਤਕਾਰ ਪ੍ਰਾਪਤ ਹੁੰਦਾ ਹੈ। ਜਿਹੜੇ ਹੈਂਕੜ ਨਾਲ ਸੱਜੇ ਖੱਬੇ ਛਾਤੀਆਂ ਚੈੜੀਆਂ ਕਰਕੇ ਲੋਕਾਂ ਵਿੱਚ ਵੱਜਦੇ ਫਿਰਨ, ਹੰਕਾਰ ਦੇ ਵਿੱਚ ਹੰਕਾਰ ਦੇ ਪੁਤਲੇ ਬਣੇ ਹੋਏ ਲੋਕਾਂ ਨੂੰ ਨੀਵਾਂ ਵਿਖਾਉਂਦੇ ਫਿਰਨ, ਉਹਨਾਂ ਦਾ ਸਮਾਜ ਵਿੱਚ ਵੀ ਨਹੀਂ ਸਤਕਾਰ, ਨਾ ਇਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਜਿਨ੍ਹਾਂ ਨੇ ਆਪਣੇ ਅੰਦਰੋਂ ਆਪਣੀ ਮੈਂ ਮਿਟਾ ਕੇ ਗੁਰੂ ਸਾਹਿਬ ਦੀ ਸੇਵਾ ਕੀਤੀ ਹੈ, ਸਤਿਗੁਰੂ ਜੀ ਨੇ ਉਹਨਾਂ ਨੂੰ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਮਾਣ ਤੇ ਸਨਮਾਨ ਬਖਸ਼ਿਆ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ, ਹਰ ਮਨ ਤਨ ਵਸਿਆ ਸੋਈ। ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਆਪਣੀ ਹਸਤੀ ਮਿਟਾਈ, ਸਮਰਪਣ ਕਰਕੇ ਗੁਰੂ ਚਰਨਾਂ ਵਿੱਚ ਆਪ ਸੇਵਾ ਕੀਤੀ, ਉਹ ਇਸ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਕਰਦੇ। ਸੇਵਾ ਕਰਦਿਆਂ ਕਰਦਿਆਂ ਆਪਣੀ ਮੈਂ ਨੂੰ ਮੁਕਾਉਣਾ, ਮੈਂ ਨੂੰ ਪ੍ਰਗਟ ਨਹੀਂ ਕਰਨਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਇੱਥੇ ਦੱਸ ਰਹੇ, ਜਿਵੇਂ ਹਾਥੀ ਨੇ ਸਿਰ ਥੱਲੇ ਦਿੱਤਾ ਕੁੰਡੇ ਦੇ, ਐਰਣ ਨੇ ਹਥੋੜੇ ਥੱਲੇ ਆਪਣਾ ਸਿਰ ਦਿੱਤਾ ਹੋਇਆ, ਇਉਂ ਏਦਾਂ ਐ ਗੁਰਸਿੱਖਾ ਅੱਗੇ ਦੱਸਦੇ ਆ ਮਹਾਰਾਜ ਪੰਕਤੀ ਵਿੱਚ, ਸੁਣੋ ਜੀ। ਮਨ ਤਨ ਆਗੈ ਰਾਖ ਕੈ, ਉਬ
ਉਭੀ ਸੇਵ ਕਰੇ। ਆਪਣਾ ਮਨ ਤੇ ਤਨ ਸਤਿਗੁਰਾਂ ਦੇ ਚਰਨਾਂ ਵਿੱਚ ਅੱਗੇ ਰੱਖ ਕੇ ਨਾ, ਭੇਟ ਕਰਕੇ, ਜਿਵੇਂ ਹਾਥੀ ਨੇ ਸਿਰ ਭੇਟ ਕੀਤਾ, ਐਰਣ ਨੇ ਸਿਰ ਦਿੱਤਾ ਥੋੜੇ ਥੱਲੇ, ਏਦਾਂ ਆਪਣਾ ਮਨ ਤਨ ਗੁਰੂ ਅੱਗੇ ਅਰਪਣ ਕਰਦੇ ਸਿੱਖਾ। ਆਪਣਾ ਮਨ ਤੇ ਤਨ ਗੁਰੂ ਅੱਗੇ ਰੱਖ ਕੇ ਖੁੱਭ ਕੇ ਸੇਵਾ ਕਰ। ਉਭੀ, ਉਭੀ ਦਾ ਮਤਲਬ ਹੁੰਦਾ ਪ੍ਰੇਮ ਸਹਿਤ ਖੜੋ ਕੇ। ਜਿਵੇਂ ਆਪਾਂ ਕਹਿੰਦੇ ਵੀ ਮੈਂ ਹਰ ਵੇਲੇ ਤੇਰੀ ਸੇਵਾ 'ਚ ਖੜਾ, ਇਹਦਾ ਮਤਲਬ ਇਹ ਤੇ ਨਹੀਂ ਵੀ ਖਲੋਤੇ ਰਹਿੰਦੇ ਆ ਉਹਦੀ ਸੇਵਾ 'ਚ, ਯਾਨੀ ਕਿ ਜਦੋਂ ਆਵਾਜ਼ ਮਾਰੇ ਤਿਆਰ ਬਰ ਤਿਆਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਭਾਈ ਲਹਿਣਾ ਜੀ ਮਹਾਰਾਜ ਸਤ ਬਚਨ ਆਲਾ ਪੁਰਖਾ, ਉਹਦੀਆਂ ਰਾਤਾਂ, ਅੱਧੀ ਕੁ ਰਾਤ ਦਾ ਸਮਾਂ, ਠੰਡ ਪੈਂਦੀ, ਸੀਤ ਨਾਲ ਲੋਕ ਠਰੂ ਠਰੂ ਪੇ ਕਰਦੇ, ਤੇ ਗੁਰੂ ਬਾਬਾ ਜੀ ਕਹਿੰਦੇ ਲੈ ਪੁਰਖਾ ਇਹ ਚਾਦਰ ਧੋ ਕੇ ਸੁਕਾ ਲਿਆ। ਸਤ ਵਜਨ ਲੈ ਕੇ ਚਾਦਰ ਜਾਂਦੇ ਆ, ਧੋਂਦੇ ਵੀ ਹੈ। ਇਹਨੂੰ ਕਹਿੰਦੇ ਉਭੀ ਸੇਵ। ਜਿਸ ਵੇਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਝੱਟ ਸੇਵਾ ਵਿੱਚ ਤਤਪਰ ਹੋ ਗਏ। ਮਾਤਾ ਸੁਲੱਖਣੀ ਜੀ ਇੱਕ ਦਿਨ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ, ਪਤੀ ਦੇਵ ਜੀ ਤੁਸੀਂ ਆਪਣੇ ਲਾਲਾਂ ਨਾਲ ਓਨਾ ਸਨੇਹ ਨਹੀਂ ਕਰਦੇ ਜਿੰਨਾ ਭਾਈ ਲਹਿਣੇ ਨਾਲ ਕਰਦੇ, ਇਹ ਕਿਉਂ? ਸਾਹਿਬ ਨੇ ਆਖਿਆ, ਸੁਲੱਖਣੀ ਜੀ ਜੇ ਤੁਹਾਨੂੰ ਬੋਲ ਕੇ ਦੱਸਿਆ ਸਮਝ ਨਹੀਂ ਆਉਣੀ, ਸਮਾਂ ਆਉਣ ਤੇ ਦੱਸਾਂਗੇ। ਤੁਰੇ ਜਾਂਦੇ ਜਿੱਥੇ ਲੰਗਰ ਦਾ ਪਾਣੀ ਆਉਂਦਾ ਸੀ ਨਾ, ਟੋਆ ਪੁੱਟਿਆ ਹੋਇਆ ਸੀ, ਪਾਤਸ਼ਾਹ ਦੇ ਹੱਥ ਵਿੱਚ ਇੱਕ ਲੋਟਾ ਸੀ ਤੇ ਮਹਾਰਾਜ ਜੀ ਨੇ ਉਹ ਸੁੱਟ ਦਿੱਤਾ ਵਿੱਚ, ਗੜਵੀ ਛੋਟੀ ਜੀ। ਲਖਮੀ ਚੰਦ ਨੂੰ, ਲਖਮੀ ਦਾਸ ਜੀ ਇਹ ਕੱਢੋ। ਮਹਾਰਾਜ ਮੈਂ ਕੀਮਤੀ ਕੱਪੜੇ ਪਾਏ ਆ, ਗੜਵੀ ਆ। ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ, ਕਹਿੰਦੇ ਮਹਾਰਾਜ ਮੈਂ ਨਹੀਂ ਇਹ ਕਰ ਸਕਦਾ। ਉਹ ਤਾਂ ਪਿਤਾ ਹੀ ਸਮਝਦੇ ਨਾ ਸਤਿਗੁਰਾਂ ਨੂੰ। ਭਾਈ ਲਹਿਣੇ ਵੱਲ ਵੇਖਿਆ ਹੀ ਆ, ਆਖਿਆ ਨਹੀਂ। ਕੱਪੜੇ ਕੀਮਤੀ ਭਾਈ ਲਹਿਣੇ ਨੇ ਵੀ ਪਾਏ ਨੇ। ਝੱਟ ਛਾਲ ਮਾਰੀ ਤੇ ਕੱਪੜਿਆਂ ਦੀ ਪਰਵਾਹ ਨਾ ਕੀਤੀ, ਕੱਢ ਕੇ ਗੜਵੀ ਧੋ ਕੇ ਮਹਾਰਾਜ ਜੀ ਨੂੰ ਕਹਿੰਦੇ ਲਓ। ਪਾਤਸ਼ਾਹ ਕਹਿੰਦੇ ਸੁਲੱਖਣੀ ਜੀ ਜਵਾਬ ਮਿਲ ਗਿਆ ਜੇ। ਇਹਨੂੰ ਕਹਿੰਦੇ ਉਭੀ ਸੇਵ। ਸਾਵਧਾਨ ਹੋ ਕੇ ਸਤਿਗੁਰਾਂ ਦੀ ਸੇਵਾ 'ਚ ਤਤਪਰ ਰਹਿਣਾ। ਇਸ਼ਾਰਾ ਪ੍ਰਾਪਤ ਕਰਦੇ ਹੀ ਸੇਵਾ ਸਮਝ ਜਾਣੀ, ਚੇਤਨ ਹੋ ਕੇ ਸੇਵਾ ਕਰਨੀ, ਸਾਵਧਾਨ ਹੋ ਕੇ ਸੇਵਾ ਕਰਨੀ। ਜਿੰਨਾ ਸਾਵਧਾਨੀ ਨਾਲ ਚੇਤਨ ਹੋ ਕੇ ਸਾਹਿਬ ਦੀ ਸੇਵਾ ਵਿੱਚ ਤਤਪਰ ਹੋਵਾਂਗੇ। ਕਥਾ ਸੁਣ ਰਹੇ ਹੋ ਸਾਵਧਾਨ, ਕੀਰਤਨ ਸੁਣ ਰਹੇ ਹੋ ਸਾਵਧਾਨ, ਜੋੜੇ ਝਾੜ ਰਹੇ ਹੋ ਸਾਵਧਾਨ। ਉਭੀ ਪ੍ਰੇਮ ਨਾਲ ਖੁੱਭ ਕੇ ਤਿਆਰ ਬਰ ਤਿਆਰ ਹੋ ਕੇ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਗੁਰਸਿੱਖ ਨੇ ਤਤਪਰ ਹੋਣਾ। ਇਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਪ ਸੇਵਾ ਕੀਤੀ। 72 ਸਾਲ ਦੀ ਉਮਰ 'ਚ ਸੇਵਾ ਸ਼ੁਰੂ ਕੀਤੀ। ਤੇ ਲਗਾਤਾਰ 12 ਸਾਲ ਸੇਵਾ ਕਰਦੇ ਰਹੇ। ਔਰ ਸੇਵਾ ਕਰਦਿਆਂ ਕਰਦਿਆਂ ਮਹਾਰਾਜ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਆਪਣਾ ਆਪ ਤਾਂ ਮਿਟ ਹੀ ਗਿਆ, ਗੁਰੂ ਸਾਹਿਬ ਦਾ ਰੂਪ ਹੋ ਗਿਆ। ਤੋ ਇਸ ਤਰ੍ਹਾਂ ਕਹਿੰਦੇ ਉਭੀ ਸੇਵਾ, ਯਾਨੀ ਕਿ ਖੁੱਭ ਕੇ ਸਾਵਧਾਨ ਹੋ ਕੇ ਸਤਿਗੁਰਾਂ ਦੀ ਸੇਵਾ ਕਰਨੀ ਹੈ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾ ਲੇ। ਇਸ ਤਰ੍ਹਾਂ ਗੁਰਮੁਖੋ ਆਪਣਾ ਆਪਾ ਨਿਵਾਰਨਾ, ਇਉਂ ਨਿਵਾਰਨਾ ਜਿਵੇਂ ਉੱਪਰ ਦੱਸਿਆ, ਇਉਂ ਨਿਵਾਰਨਾ। ਏਦਾਂ ਆਪਣਾ ਵਜੂਦ, ਆਪਣੀ ਹਸਤੀ ਮਿਟਾਉਣੀ, ਆਪਣੇ ਆਪੇ ਨੂੰ ਨਿਵਾਰਨਾ। ਸੇਵਾ ਦੀ ਕਿਹੜੀ ਵਸਤੂ ਦੀ ਲੋੜ ਹੈ ਸਤਿਗੁਰਾਂ ਦੇ ਘਰ ਵਿੱਚ, ਉਹ ਵੇਖਣਾ। ਮੈਂ ਅਕਸਰ ਪਹਿਲੋਂ ਵੀ ਬੇਨਤੀ ਕਰਦਾ ਹੁੰਨਾ, ਸਾਡੀ ਭਾਵਨਾ ਹੁੰਦੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਲਈ ਸੋਹਣੇ ਰੁਮਾਲੇ ਲੈ ਕੇ ਆਈਏ। ਬਹੁਤ ਸਾਰੇ ਗੁਰਸਿੱਖ ਰੁਮਾਲੇ ਮਹਾਰਾਜ ਜੀ ਨੂੰ ਪੁਸ਼ਾਕੇ ਭੇਟ ਕਰਦੇ। ਭਾਵਨਾ ਦਾ
ਤੁਸੀਂ ਕਿਸੇ ਮਾਪਦੰਡ ਦੇ ਨਾਲ ਉਹਨੂੰ ਆਪਾਂ ਮਾਪ ਨਹੀਂ ਸਕਦੇ, ਭਾਵਨਾ ਹੈ, ਪਰ ਵਿਚਾਰ ਕੀਤੀ ਜਾ ਸਕਦੀ ਹੈ, ਮਨਾਹੀ ਨਹੀਂ ਕੀਤੀ ਜਾ ਸਕਦੀ, ਵਿਚਾਰ ਕੀਤੀ ਜਾ ਸਕਦੀ ਹੈ ਕਿ ਜਿਹੜੇ ਉਹ ਰੁਮਾਲੇ ਅਸੀਂ ਮਹਾਰਾਜ ਜੀ ਨੂੰ ਭੇਟ ਕਰਦੇ ਹਾਂ, ਕੁਝ ਸਮੇਂ ਲਈ ਗੁਰੂ ਸਾਹਿਬ ਨੂੰ ਉਹ ਸਭ ਕਰਤ ਹੋਏ, ਬਾਅਦ ਵਿੱਚ ਕੀ ਹੋਇਆ? ਉਹ ਰੁਮਾਲੇ ਮੰਨ ਲਓ ਘੱਟ ਤੋਂ ਘੱਟ ਕਿਸੇ ਨੇ ਕੋਈ 500-400 ਰੁਪਈਆ ਲਾਇਆ ਹੋਵੇਗਾ, ਬਹੁਤ ਸਾਰੇ ਰੁਮਾਲੇ ਤਾਂ ਉਹ ਕਿਤੇ ਵਰਤਣ ਦੇ ਵੀ ਯੋਗ ਨਹੀਂ ਹੁੰਦੇ। ਇੱਕ ਗੁਰੂ ਘਰ ਦੀ ਬਾਤ ਨਹੀਂ, ਸੈਂਕੜੇ ਸਥਾਨਾਂ ਦੇ ਉੱਤੇ ਰੁਮਾਲਿਆਂ ਦੇ ਕਮਰਿਆਂ ਦੇ ਕਮਰੇ ਭਰੇ ਪਏ। ਕੀ ਕੀਤਾ ਜਾਣਾ? ਉਹ ਸਾਰੇ ਬਾਅਦ ਵਿੱਚ ਸੰਸਕਾਰ ਕੀਤੇ ਜਾਣੇ। ਕਰੋੜਾਂ ਰੁਪਈਏ ਦੇ ਰੁਮਾਲੇ ਉਹ ਜਦੋਂ ਸੰਸਕਾਰ ਹੋ ਜਾਣਗੇ ਉਹ ਕਿਸ ਦੇ ਕੰਮ ਆਉਣਗੇ? ਉਹ ਮਾਇਆ ਕਿਸ ਦੇ ਕੰਮ ਆਈ? ਵੇਖੋ ਕਿ ਜੇ ਜ਼ਰੂਰੀ ਨਹੀਂ ਕਿ ਰੁਮਾਲਾ ਹੀ ਮਹਾਰਾਜ ਜੀ ਨੂੰ ਭੇਟ ਕਰਨਾ, 500-400 ਰੁਪਈਆ ਜੇ ਤੁਸੀਂ ਰੁਮਾਲੇ ਤੇ ਖਰਚ ਰਹੇ ਹੋ, 500-400 ਰੁਪਏ ਦੀ ਦਾਲ ਲਿਆ ਕੇ ਲੰਗਰ 'ਚ ਪਾ ਦਿਓ, ਵਰਤੇਗੀ ਤਾਂ ਸਹੀ ਨਾ, ਕਿਸੇ ਦੇ ਮੂੰਹ ਵਿੱਚ ਤਾਂ ਪਏਗੀ। ਤੇ ਗੁਰੂ ਸਾਹਿਬ ਨੇ ਥੋੜੀ ਕਹਿਣਾ ਵੀ ਤੂੰ ਮੈਨੂੰ ਰੁਮਾਲਾ ਨਹੀਂ ਦਿੱਤਾ, ਮੈਂ ਤੇਰੇ ਤੇ ਖੁਸ਼ ਨਹੀਂ ਹਾਂ। ਤੂੰ ਲੰਗਰ ਦੇ ਵਿੱਚ ਦਾਲ ਪਾ ਦੇਗਾ 500-400 ਰੁਪਏ ਦੀ, ਜਿੰਨੀ ਵੀ ਤੇਰੀ ਭਾਵਨਾ, ਜਾਂ ਉੱਥੇ ਕੋਈ ਹੋਰ ਰਸਤ ਬਸਤ ਲਿਆ ਕੇ ਭੇਟ ਕਰ ਦਿਆਂਗੇ, ਦੁੱਧ ਭੇਟ ਕਰ ਦਿਆਂਗੇ, ਜਥਾ ਸ਼ਕਤ ਜੋ ਵੀ ਕਿਸੇ ਦੀ ਭਾਵਨਾ ਹੈ, ਗੋਲਕ ਵਿੱਚ ਹੀ ਪਾ ਦਿਆਂਗੇ, ਤਾਂ ਗੁਰੂ ਸਾਹਿਬ ਨੇ ਨਹੀਂ ਕਹਿਣਾ ਮੇਰੀ ਤੇਰੇ ਤੇ ਖੁਸ਼ੀ ਨਹੀਂ ਹੋਣੀ। ਤੂੰ ਸਤਿਗੁਰਾਂ ਦੀ ਸੇਵਾ ਕੀਤੀ, ਪਾਤਸ਼ਾਹ ਨੇ ਖੁਸ਼ੀਆਂ ਤਾਂ ਦੇਣੀਆਂ ਹੀ ਦੇਣੀਆਂ ਨੇ। ਜੋ ਤੈਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਗੁਰੂ ਸਾਹਿਬ ਜੀ ਦੇ ਨਿਮਿੱਤ ਕੱਢ ਦਿੱਤਾ, ਉਹਦੀ ਬਰਕਤ ਗੁਰੂ ਸਾਹਿਬ ਨੇ ਪਾਣੀ। ਇਹ ਥੋੜੀਆਂ ਜੀਆਂ ਵਿਚਾਰਾਂ ਜਿਹੜੀਆਂ ਨੇ ਜ਼ਰੂਰ ਸਾਰੇ ਪੰਥ ਨੂੰ, ਸਮੁੱਚੇ ਖਾਲਸੇ ਨੂੰ ਬਹਿ ਕੇ ਵਿਚਾਰਨੀਆਂ ਚਾਹੀਦੀਆਂ ਨੇ। ਇਹਦਾ ਕੋਈ ਯੋਗ ਪ੍ਰਬੰਧ ਸਾਰੇ ਪੰਥ ਨੂੰ ਸੋਚ ਕੇ ਰਲ ਮਿਲ ਕੇ ਕਰਨਾ ਚਾਹੀਦਾ ਹੈ। ਤੋ ਸਾਵਧਾਨੀ ਨਾਲ ਸੇਵਾ, ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਪ੍ਰਬੰਧਕਾਂ ਨੂੰ ਪੁੱਛਿਆ ਜਾ ਸਕਦਾ ਹੈ। ਤੋ ਸੇਵਾ ਜਿੱਥੇ ਜਿੱਥੇ ਵੀ ਮਹਾਰਾਜ ਜੀ ਦੇ ਸਥਾਨ ਨੇ, ਉਹਨਾਂ ਸਥਾਨਾਂ ਦੇ ਉੱਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ। ਸੇਵਾ ਕਰਦੇ ਆਪਾ ਜ਼ਰੂਰ ਨਿਵਾਰਨਾ, ਆਪਣੇ ਆਪੇ ਨੂੰ ਨਿਵਾਰ ਕੇ ਕਹਿੰਦੇ ਜਦੋਂ ਸੇਵਾ ਕਰੋਗੇ, ਇਉਂ ਫਿਰ ਏਦਾਂ ਸਭ ਰਾਜ ਸ੍ਰਿਸ਼ਟ ਕਾ ਲੈ, ਕਹਿੰਦੇ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋ ਜਾਂਦਾ ਗੁਰੂ ਦੀ ਸੇਵਾ ਕੀਤਿਆਂ, ਸਤਿਗੁਰਾਂ ਦੇ ਘਰ ਦੀ ਸੇਵਾ ਕੀਤਿਆਂ। ਕਹਿੰਦੇ ਉਹਨੂੰ ਸਾਰੀ, ਜਿਹਨੇ ਆਪਾ ਨਿਵਾਰ ਦਿੱਤਾ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਗਿਆ। ਨਾਨਕ ਗੁਰਮੁਖ ਬੁਝੀਐ, ਜਾ ਆਪੇ ਨਦਰ ਕਰੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਮੁਖ ਦੁਆਰਾ ਗੁਰਸਿੱਖ ਬੁੱਝਦਾ ਹੈ, ਪਰ ਬੁੱਝਦਾ ਵੀ ਕੌਣ ਹੈ? ਜਿਹਦੇ ਤੇ ਆਪ ਮੇਰਾ ਵਾਹਿਗੁਰੂ ਨਿਰੰਕਾਰ ਆਪਣੀ ਨਦਰ ਕਰਦਾ ਹੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ, ਆਏ ਤੇ ਪਰਵਾਨ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ, ਉਹਨਾਂ ਦਾ ਇਹ ਸੰਸਾਰ ਵਿੱਚ ਆਇਆ ਹੋਇਆ ਪ੍ਰਵਾਨ ਹੈ। ਜਿਨ ਗੁਰਮੁਖ ਨਾਮ ਧਿਆਇਆ ਤੇ ਪਰਵਾਨ। ਬਾਕੀ ਤਾਂ ਭਾਰ ਹੀ ਨੇ ਧਰਤੀ ਦੇ ਉੱਤੇ, ਬੋਝ ਹੈ ਨਾ, ਧਰਤੀ ਦਾ ਬੋਝ ਆ ਫਲਾਣਾ। ਪਾਤਸ਼ਾਹ ਕਹਿੰਦੇ ਆ ਉਹ ਸਾਰੇ ਧਰਤੀ ਦੇ ਬੋਝ ਹੀ ਨੇ ਜਿਹੜੇ ਨਾਮ ਨਹੀਂ ਜਪਦੇ। ਇਸ ਧਰਤੀ ਤੇ ਆਇਆਂ ਦਾ ਤਾਂ ਪ੍ਰਵਾਨ ਉਹਨਾਂ ਦਾ ਹੋਣਾ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਆ, ਨਾਮ ਧਿਆਉਂਦੇ ਆ। ਨਾਮ ਜਪਣ ਵਾਲਿਆਂ ਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਪ੍ਰਵਾਨ ਹੈ, ਸਫਲ ਹੈ। ਨਾਨਕ ਕੁਲ ਉਧਾਰ ਹੈ ਆਪਣਾ, ਦਰਗਹ ਪਾਵਹਿ ਮਾਣ। ਸਾਹਿਬ ਕਹਿੰਦੇ ਆਪਣੀਆਂ ਕੁੱਲਾਂ ਉਧਾਰ ਲੈਂਦੇ ਆ ਉਹ ਗੁਰਮੁਖ ਜਿਹੜੇ ਨਾਮ ਜਪਦੇ ਆ, ਆਪਣੀਆਂ ਕੁੱਲਾਂ ਵੀ ਉਧਾਰ ਲੈਂਦੇ ਤੇ ਰੱਬ ਦੀ ਦਰਗਾਹ ਵਿੱਚ, ਨਿਰੰਕਾਰ ਦੀ ਦਰਗਾਹ ਵਿੱਚ ਉਹ ਮਾਣ ਪਾਉਂਦੇ ਆ।
ਦਰਗਹਿ ਪਾਵਹਿ ਮਾਣ। ਪਰਮਾਤਮਾ ਦੀ ਦਰਗਾਹ ਵਿੱਚ, ਅਕਾਲ ਪੁਰਖ ਦੇ ਘਰ ਵਿੱਚ ਉਹ ਮਾਣ, ਇੱਜ਼ਤ, ਸਤਿਕਾਰ ਦੋਹਾਂ ਜਹਾਨਾਂ 'ਚ ਪ੍ਰਾਪਤ ਕਰਦੇ ਹਨ। ਪੌੜੀ ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਉਚਾਰਦੇ ਹਨ। ਗੁਰਮੁਖ ਸਾਖੀਆ ਸਿੱਖ ਗੁਰੂ ਮਿਲਾਈਆ। ਕਹਿੰਦੇ ਜਿਹੜੀਆਂ ਗੁਰਮੁਖ ਸਖੀਆਂ ਹਨ, ਗੁਰੂ ਵਾਲੇ ਗੁਰਸਿੱਖ ਨੇ, ਗੁਰੂ ਵਾਲੇ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਕਹਿੰਦੇ ਉਹਨਾਂ ਸਿੱਖਾਂ ਦੇ ਨਾਲ ਗੁਰੂ ਨੇ ਹੀ ਤਰਸ ਕਰਕੇ ਮਿਲਾਉਣਾ। ਗੁਰਸਿੱਖਾਂ ਦੀ ਸ਼ੋਭਤ, ਗੁਰਸਿੱਖਾਂ ਦੀ ਸੰਗਤ ਗੁਰੂ ਨੇ ਹੀ ਮਿਲਾਉਣੀ ਹੈ। ਗੁਰੂ ਸਾਹਿਬ ਤੋਂ ਬਿਨਾਂ ਗੁਰੂ ਕੇ ਸਿੱਖਾਂ ਦਾ ਸੰਗ ਨਹੀਂ ਮਿਲ। ਗੁਰਮੁਖ ਸਖੀਆਂ ਸਿੱਖ, ਜਿਹੜੀਆਂ ਗੁਰਮੁਖ ਸਖੀਆਂ ਸਿੱਖ ਨੇ, ਉਹਨਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ। ਉਹਨਾਂ ਨੂੰ ਗੁਰੂ ਨੇ ਆਪਣੇ ਵਿੱਚ ਮੇਲ ਕੇ ਅਭੇਦ ਕਰ ਲਿਆ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰ ਲਾਈਆ। ਕਹਿੰਦੇ ਇੱਕ ਸੇਵਕ ਨੇ ਜਿਹੜੇ ਆਪਣੇ ਗੁਰੂ ਦੇ ਪਾਸ ਰਹਿ ਕੇ ਸੇਵਾ ਕਰਦੇ। ਇੱਕ ਸੇਵਕ ਗੁਰ ਪਾਸ, ਇੱਕ ਸੇਵਕ ਬਣ ਕੇ ਗੁਰੂ ਦੇ ਕੋਲ ਹੋ ਕੇ ਸੇਵਾ ਕਰਦੇ। ਇੱਕ ਇਹਨਾਂ ਨੂੰ ਭਾਈ ਗੁਰਦਾਸ ਜੀ ਨੂੰ ਕਿਹਾ, ਜਾਓ ਤੁਸੀਂ ਬਨਾਰਸ ਜਾ ਕੇ ਪ੍ਰਚਾਰ ਕਰੋ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਤੁਸੀਂ ਸਾਡੇ ਕੋਲ ਰਹਿ ਕੇ ਸੇਵਾ ਕਰੋ। ਸਤਿਗੁਰਾਂ ਨੇ ਲਾਇਆ ਜਿੱਥੇ ਜਿੱਥੇ ਜਿਹੜੇ ਲੱਗੇ। ਇੱਕ ਇਹਨਾਂ ਨੂੰ ਆਪਣੇ ਕੋਲ ਰੱਖਿਆ, ਇੱਕ ਇਹਨਾਂ ਨੂੰ ਕਾਰਾਂ ਵਿੱਚ ਕਿਹਾ, ਭਾਈ ਤੁਸੀਂ ਆਹ ਕੰਮ ਕਾਰ ਵੀ ਕਰੋ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੀ ਕਲਾ ਹੈ। ਜਿਨਾ ਗੁਰ ਪਿਆਰਾ ਮਨ ਚਿਤ, ਤਿਨਾ ਭਾਉ ਗੁਰੂ ਦੇਵਾਈਆ। ਆਪਣਾ ਗੁਰੂ ਮਨ ਕਰਕੇ, ਚਿਤ ਕਰਕੇ ਪਿਆਰਾ ਹੈ। ਜਿਨ੍ਹਾਂ ਗੁਰ ਪਿਆਰਾ ਮਨ ਚਿਤ, ਜਿਨ੍ਹਾਂ ਨੂੰ ਆਪਣਾ ਗੁਰੂ ਮਨ ਕਰਕੇ, ਚਿਤ ਕਰਕੇ ਪਿਆਰਾ ਹੈ, ਤਿਨਾ ਭਾਉ ਗੁਰੂ ਦੇਵਾਈਆ। ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣਾ ਭਾਉ, ਆਪਣਾ ਪ੍ਰੇਮ ਬਖਸ਼ਿਆ। ਜਿਨ੍ਹਾਂ ਨੂੰ ਆਪਣਾ ਗੁਰੂ ਪਿਆਰਾ ਲੱਗਦਾ ਨਾ, ਉਹਨਾਂ ਦੇ ਅੰਦਰ ਗੁਰੂ ਨੇ ਆਪਣਾ ਪਿਆਰ ਪਾ ਦਿੱਤਾ। ਉਹਨਾਂ ਅੰਦਰ ਗੁਰੂ ਨੇ ਆਪਣੀ ਸ਼ਰਧਾ, ਆਪਣੀ ਭਾਵਨਾ ਆਪ ਪ੍ਰਗਟ ਕਰ ਦਿੱਤੀ ਹੈ। ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤ ਭਾਈਆ। ਗੁਰੂ ਕੇ ਸਿੱਖਾਂ ਦਾ, ਗੁਰੂ ਦਾ ਆਪਣੇ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ, ਇੱਕੋ ਜਿਹਾ। ਜੇ 40 ਸਿੰਘ ਸ਼ਹੀਦੀਆਂ ਪਾ ਰਹੇ ਨੇ ਅੱਖਾਂ ਦੇ ਸਾਹਮਣੇ, ਤੇ 2 ਲਾਲ ਵੀ ਸ਼ਹੀਦੀਆਂ ਪਾ ਰਹੇ ਨੇ, ਉਹਨਾਂ 40 ਤੇ ਆਪਣੇ ਦੋਹਾਂ ਵਿੱਚ ਫਰਕ ਨਹੀਂ ਸਮਝਿਆ। ਇਹ ਵੀ ਮੇਰੇ ਪੁੱਤ ਨੇ, ਇਹ ਵੀ ਮੇਰੇ ਪੁੱਤ ਨੇ। ਗੁਰੂ ਦਾ ਆਪਣੇ ਸਾਰਿਆਂ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ। ਜੇ ਕਿਵੇਂ, ਜਿਹੋ ਜਿਹਾ ਆਪਣੇ ਮਿੱਤਰਾਂ ਨਾਲ, ਪੁੱਤਰਾਂ ਨਾਲ, ਭਾਈਆਂ ਨਾਲ ਪਿਆਰ ਹੈ, ਇਦਾਂ ਹੀ ਗੁਰੂ ਸਾਹਿਬ ਦਾ ਆਪਣੇ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ। ਕਿਸੇ ਨਾਲ ਵਿਤਕਰਾ ਨਹੀਂ। ਸਾਡੀਆਂ ਦ੍ਰਿਸ਼ਟੀਆਂ 'ਚ ਵਿਤਕਰੇ ਜ਼ਰੂਰ ਆ ਗਏ ਨੇ, ਅਸੀਂ ਜ਼ਰੂਰ ਆਪਣੀਆਂ ਧੜੇਬੰਦੀਆਂ ਬਣਾਈਆਂ। ਗੁਰੂ ਨੇ ਤਾਂ ਇੱਕੋ ਹੀ ਧੜਾ ਬਣਾਇਆ, ਇਹ ਸਾਰੇ ਸਿੱਖ ਮੇਰੇ। ਉਹਦੇ ਵਿੱਚ ਆਪਣਾ ਪਰਿਵਾਰ ਵੀ ਹੈ, ਸਿੱਖ ਪਰਪੁੱਤ ਵੀ ਨੇ, ਭਾਈ ਸਾਰੇ ਇੱਕੋ ਜਿਹੇ ਨੇ ਮਹਾਰਾਜ ਜੀ। ਹਾਂਜੀ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆ। ਸਾਰੇ ਬੋਲੋ ਸਤਿਗੁਰੂ ਜੀ ਦੇ ਪਾਵਨ ਜਾਪ ਨੂੰ। ਵਾਹਿਗੁਰੂ ਵਾਹਿਗੁਰੂ ਆਖੋ ਗੁਰੂ ਨੂੰ। ਵਾਹ ਗੁਰੂ ਤੂੰ ਵਾਹ ਹੈ, ਹੇ ਗੁਰੂ ਤੂੰ ਵਾਹ ਹੈ। ਕਹਿੰਦੇ ਗੁਰੂ ਨੂੰ ਆਖੋਗੇ ਤੇ ਗੁਰੂ ਜਿਵਾਏਗਾ। ਜਿਵਾਈਆ ਦਾ ਮਤਲਬ ਜਦੋਂ ਜਿਹੜੇ ਗੁਰੂ ਗੁਰੂ ਜਪਦੇ ਆ ਉਹੀ ਜਿਉਂਦੇ ਆ, ਜਿਹੜੇ ਨਹੀਂ ਜਪਦੇ ਗੁਰੂ ਗੁਰੂ ਉਹ ਤਾਂ ਜਿਉਂਦੇ ਹੀ ਮਰਿਆਂ ਦੇ ਬਰਾਬਰ ਨੇ। ਜਪਣ ਵਾਲਿਆਂ ਨੂੰ ਮਹਾਰਾਜ ਜੀ ਜਿਵਾਉਂਦੇ, ਪਾਤਸ਼ਾਹ ਜੀਵਨ ਦਾਨ ਦਿੰਦੇ।
ਅਸਲ ਜੀਵਨ ਕੀ ਹੈ? ਉਹ ਜਿਹੜਾ ਜਪਦਾ ਹੈ ਨਾ ਆਪਣੇ ਗੁਰੂ ਨੂੰ ਆਖਦਾ ਹੈ, ਗੁਰੂ ਨੂੰ ਧਿਆਉਂਦਾ ਹੈ, ਗੁਰੂ ਨੂੰ ਆਰਾਧਦਾ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੀਵਨ ਦਾ ਅਸਲੀ ਮਨੋਰਥ ਤੇ ਪ੍ਰਯੋਜਨ ਕੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦਇਆਨਿਧ ਸਤਿਗੁਰਾਂ ਦੇ ਇਤਿਹਾਸ ਦੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ ਸਨਿਮਰ ਬੇਨਤੀ ਹੈ ਕਿ ਸ਼੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਜੋ ਸ਼ਾਮ ਦੇ ਦੀਵਾਨਾਂ ਵਿੱਚ ਹੁੰਦੀ ਹੈ, ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਦੀ ਸਮਾਪਤੀ ਔਰ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦੀ 10 ਪਾਤਸ਼ਾਹੀਆਂ ਦੇ ਇਤਿਹਾਸ ਦੀ ਕਥਾ ਦੀ ਆਰੰਭਤਾ 17 ਅਕਤੂਬਰ ਯਾਨੀ ਕਿ ਪਰਸੋਂ ਦਿਨ ਐਤਵਾਰ ਸ਼ਾਮ ਨੂੰ ਕੱਤਕ ਦੀ ਸੰਗਰਾਂਦ ਵਾਲੇ ਦਿਨ 4:30 ਤੋਂ 5:30 ਵਜੇ ਤੱਕ ਦੀਵਾਨ ਹਾਲ ਵਿੱਚ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਰਿਵਾਰਾਂ ਸਮੇਤ ਸਮੂਹ ਸਾਜੀਆਂ ਨਵਾਜੀਆਂ ਸੰਗਤਾਂ ਕਥਾ ਦੀ ਸਮਾਪਤੀ ਦੇ ਮਹਾਯੱਗ ਵਿੱਚ ਔਰ 10 ਪਾਤਸ਼ਾਹੀਆਂ ਦੀ ਕਥਾ ਦੀ ਆਰੰਭਤਾ ਦੀ ਅਰਦਾਸ ਵਿੱਚ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਔਰ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਇਹ ਬੇਨਤੀ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।